ਗੁਰੂ ਨਾਨਕ ਪਦ ਪੰਕਜ ਪੰਕਜ ਸਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅੰਧਾ ਕਰ ਬੰਦਾ ਰੱਖਿਓ ਰਕਸੀਅਰ ਬਹੁ ਰੋਜ ਜਿਸ ਪਾਛੇ ਦੋ ਮਰੇ ਸੁਨੋ ਸੋਵਾਂ ਕੀ ਖੋਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਜਗਤ ਗੁਰੂ ਅਨਾਥ ਨਾਥ ਮਿਹਰਬਾਨ ਜਗਤ ਸਾਈਂ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਤਿਲਕ ਤੇ ਜੰਜੂ ਦੇ ਰਾਖੇ ਸਾਹਿਬ ਨੌਵੇਂ ਗੁਰਦੇਵ ਵੈਰਾਗ ਤਿਆਗ ਅਨੁਰਾਗ ਦੀ ਮਹਾਨ ਮੂਰਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਦੀਵਾਨਾਂ 'ਚ ਗੁਰੂ ਚਰਨਾਂ 'ਚ ਜੁੜ ਕੇ ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਖਾਲਸੇ ਪੰਥ ਦੀ 18ਵੀਂ ਸਦੀ ਦਾ ਇਤਿਹਾਸ
18ਵੀਂ ਸਦੀ ਗੁਰੂ ਪੰਥ ਦੇ ਉੱਤੇ ਬੜੀ ਮੁਸ਼ਕਲਾਂ ਭਰੀ ਸਦੀ ਰਹੀ ਹੈ। ਇਹ ਪੰਥ ਦੇ ਜੰਗਾਂ ਯੁੱਧਾਂ ਦਾ ਵੇਲਾ ਹੈ, ਘੱਲੂਘਾਰਿਆਂ ਦਾ ਵੇਲਾ ਹੈ, ਸ਼ਹੀਦੀਆਂ ਦਾ ਵੇਲਾ ਹੈ। 18ਵੀਂ ਸਦੀ ਦੇ ਵਿੱਚ ਹੀ ਖਾਲਸੇ ਪੰਥ ਨੇ ਤਕਰੀਬਨ ਆਪਣਾ ਰਾਜ ਕਾਇਮ ਕਰ ਲਿਆ। ਤੋ ਉਹ ਪਾਵਨ ਇਤਿਹਾਸ ਭਾਈ ਰਤਨ ਸਿੰਘ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ, ਜੋ ਪਿਛਲੇ ਕੁਝ ਸਮੇਂ ਤੋਂ ਆਪਾਂ ਵਿਚਾਰ ਰਹੇ ਹਾਂ, ਸਰਵਣ ਕਰ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਚੋਂ ਗ੍ਰਿਫਤਾਰ ਕੀਤਾ ਹੈ। ਸੂਬਾ ਲਾਹੌਰ ਅਬਦੁਲ ਸਮੁੰਦ ਖਾਨ ਨੇ ਪਹਿਲਾਂ ਲਾਹੌਰ ਲਿਜਾ ਕੇ ਜਲੂਸ ਕੱਢਿਆ, ਘਰਾਂ ਵਿੱਚੋਂ ਬਹੁਤ ਸਾਰੇ ਸਿੰਘ ਪਕੜ ਕੇ ਸ਼ਹੀਦ ਕੀਤੇ। 740 ਸਿੰਘਾਂ ਦੇ ਜਥੇ ਸਮੇਤ ਬਾਬਾ ਬੰਦਾ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਬਾਦਸ਼ਾਹ ਫਰਖਸ਼ੀਰ ਦੇ ਮਨ 'ਚ ਬਾਬਾ ਜੀ ਦਾ ਭੈ ਵੀ ਹੈ, ਡਰ ਵੀ ਹੈ। ਇਹਨੇ ਕਿਹਾ ਮੈਨੂੰ ਮਿਲਾਣ ਤੋਂ ਪਹਿਲਾਂ ਬੰਦਾ ਸਿੰਘ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ। ਮਹਾਨ ਤਪਸਵੀ, ਮਹਾਨ ਯੋਧੇ, ਮਹਾਨ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਦੀਆਂ ਦੋਵੇਂ ਪਹਿਲਾਂ ਇੱਕ ਖੱਬੀ ਅੱਖ ਕੱਢੀ, ਬਾਅਦ ਵਿੱਚ ਸੱਜੀ ਅੱਖ, ਦੋਵੇਂ ਨੇਤਰ ਕੱਢ ਦਿੱਤੇ ਗਏ। ਅਨੇਕਾਂ ਪ੍ਰਕਾਰ ਦੇ ਤਸੀਹੇ ਤਸ਼ੱਦਦ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅੰਦਾ ਕਰ ਬੰਦਾ ਰੱਖਿਓ ਫਰਖਸ਼ੀਰ ਬੋਰੋਜ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਹਿਲਾਂ ਨੇਤਰਾਂ ਤੋਂ ਅੰਨਾ ਕਰਕੇ ਕਾਫੀ ਸਮੇਂ ਤੱਕ ਰੱਖਿਆ ਗਿਆ। ਅੱਖਾਂ ਕੱਢ ਦਿੱਤੀਆਂ ਗਈਆਂ ਸੁਲਾਖਾਂ ਨਾਲ, ਗਰਮ ਸੁਲਾਖਾਂ ਮਾਰ ਕੇ ਨੇਤਰ ਕੱਢ ਦਿੱਤੇ ਗਏ ਔਰ ਕਾਫੀ ਸਮੇਂ ਤੱਕ ਬਾਬਾ ਜੀ ਨੂੰ ਨੇਤਰਾਂ ਤੋਂ ਅੰਨਿਆਂ ਕਰਕੇ ਫਰਖਸ਼ੀਰ ਨੇ, ਮਲੇਛ ਨੇ ਰੱਖਿਆ। ਜਿਸ ਪਾਛੇ ਦੋ ਮਰੇ ਸੁਨੋ ਸੋਵਾ ਕੇ ਖੋਜ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੇ ਫਿਰ ਬਾਅਦ ਵਿੱਚ ਕਿਵੇਂ ਫਰਖਸ਼ੀਰ ਮਰਿਆ ਹੈ, ਮੈਂ ਉਹ ਦੋਨਾਂ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਣਾ, ਜੋ ਮੈਂ ਖੋਜਿਆ ਹੈ, ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਤੇ ਪੜ੍ਹਿਆ, ਉਹ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ। ਫਰਖਸ਼ੀਰ ਕਾਜੀ ਹੋਤੋ ਉਸੈ ਵਜ਼ੀਰੇ ਭਰਾਏ। ਬਾਦਸ਼ਾਹ ਫਰਖਸ਼ੀਰ ਦਾ ਇੱਕ ਕਾਜੀ ਸੀ, ਫਤਵਾ ਲਿਖ ਕੇ ਦੇਣ ਵਾਲਾ। ਇਹ ਕਾਜੀ ਵਜ਼ੀਰ ਖਾਨ ਸੂਬੇ ਸਰਹੰਦ ਦਾ ਭਰਾ ਸੀ। ਦੇਖੋ ਕਿਵੇਂ ਵੈਰ ਕੱਢਦੇ ਆ। ਹਾਲਾਂਕਿ ਇਹਦੀ ਜਿਹੜੀ ਪਦਵੀ ਹੈ ਕਾਜੀ ਦੀ, ਉਹਦਾ ਕੰਮ ਹੁੰਦਾ ਇਨਸਾਫ ਕਰਨਾ। ਅੱਜ ਕੱਲ ਜਿਵੇਂ ਜੱਜਾਂ ਦਾ ਕੰਮ ਹੁੰਦਾ ਨਾ, ਉਹਨਾਂ ਵੇਲਿਆਂ 'ਚ ਕੰਮ ਕਾਜੀ ਲੋਕ ਕਰਿਆ ਕਰਦੇ ਸੀ। ਫਤਵੇ ਦੇਣੇ, ਲੋਕਾਂ ਨੂੰ ਸਜ਼ਾਵਾਂ ਦੇਣੀਆਂ, ਬਰੀ ਕਰਨਾ, ਲੋਕਾਂ ਦੇ ਬਿਆਨ ਸੁਣ ਕੇ ਉਹਦੇ ਨਾਲ ਇਨਸਾਫ ਕਰਨਾ। ਪਰ ਇਹੋ ਜਿਹੇ ਨਿੱਗਰ ਚੁੱਕੇ ਸੀ ਕਿ ਭਾਈ ਗੁਰਦਾਸ ਜੀ ਨੂੰ ਲਿਖ ਕੇ ਕਹਿਣਾ ਪਿਆ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਏਦਾਂ ਦੀ ਬਿਰਤੀ ਦੇ ਸਨ। ਫਰਖਸ਼ੀਰ ਦਾ ਜਿਹੜਾ ਕਾਜੀ ਸੀ ਨਾ, ਉਹਦੇ ਕੋਲ ਬਹਿ ਕੇ ਫਤਵੇ ਲਿਖ ਕੇ ਦੇਣ ਵਾਲਾ ਦੇਵਨੇਤ, ਵੇਖੋ ਇਹ ਵਜ਼ੀਰ ਖਾਨ ਸੂਬੇ ਸਰਹੰਦ ਦਾ ਭਰਾ ਸੀ। ਬੰਦੇ ਮਾਰੇ ਉਥੋਂ ਜੋ ਬੈਲਨ ਗੈਲ ਕਿਸ ਟਾਏ। ਇਹਦੇ ਭਰਾ ਵਜੀਦੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਾਰਿਆ ਸੀ ਸਰਹੰਦ। ਪਹਿਲਾਂ ਜਿਉਂਦੇ ਨੂੰ ਬਲਦਾਂ ਪਿੱਛੇ ਘਸੀਟਿਆ, ਅਦਮੋਏ ਹੋਏ ਨੂੰ ਜਿਉਂਦੇ ਨੂੰ ਸਾੜ ਕੇ ਮਾਰਿਆ ਸੀ। ਇਸ ਗੱਲ ਦਾ ਬੜਾ ਵੱਡਾ ਦੁੱਖ ਸੀ ਇਸ ਕਾਜੀ ਦੇ ਮਨ 'ਚ ਕਿ ਅੱਜ ਇਹ ਬੰਦਾ ਸਾਡੇ ਕਾਬੂ ਆਇਆ, ਇਹਨੇ ਮੇਰਾ ਭਰਾ ਮਾਰਿਆ ਸੀ। ਪਰ ਆਪਣੇ ਭਰਾ ਦੀਆਂ ਕਰਤੂਤਾਂ ਦਾ ਨਹੀਂ ਸੀ ਇਹਨੂੰ ਪਤਾ ਵੀ ਜਿਹਨੇ 7 ਸਾਲ ਤੇ 9 ਸਾਲ ਦੇ ਬੱਚੇ ਮਾਰੇ ਸੀ, ਕਿੱਡਾ ਵੱਡਾ ਪਾਪੀ ਸੀ ਉਹ। ਪਰ ਬਾਬਾ ਬੰਦਾ ਸਿੰਘ ਬਹਾਦਰ ਹੁਣ ਇਹਨਾਂ ਦੇ ਕਾਬੂ ਆਇਆ ਤੇ ਕਾਜੀ ਆਪਣਾ ਉਹ ਵੈਰ ਚਿਤਵਦਾ ਹੈ ਕਿ ਇਹਨੇ ਮੇਰੇ ਭਰਾ ਵਜ਼ੀਰ ਖਾਨ ਨੂੰ ਬਲਦਾਂ ਦੇ ਪਿੱਛੇ ਘਸੀਟ ਕੇ ਮਾਰਿਆ ਸੀ।
ਚੋਪਈ ਫਰਕਸੀਅਰ ਕਾਜੀ ਬੈਕਾਇਓ। ਕਾਜੀ ਫਰਕਸ਼ੀਅਰ ਤਾਂ ਪਹਿਲਾਂ ਹੀ ਵਿਰੋਧੀ ਸੀ ਬਾਬਾ ਜੀ ਦਾ। ਕੋਲ ਕਾਜੀ ਨੇ ਜਿਵੇਂ ਬਲਦੀ ਦੇ ਉੱਤੇ ਘਿਓ ਪਾਣ ਦਾ ਕੰਮ ਕਰਦਾ ਹੈ, ਉਹ ਕੰਮ ਕਾਜੀ ਨੇ ਕੀਤਾ। ਇਹਨੇ ਫਰਕਸ਼ੀਅਰ ਨੂੰ ਹੋਰ ਜ਼ਿਆਦਾ ਬਾਬਾ ਜੀ ਦੇ ਖਿਲਾਫ ਭੜਕਾਇਆ। ਬੰਦੇ ਮਾਰੇ ਬਿਨੋਗ ਪਛਤਾਇਓ। ਕਹਿਣ ਲੱਗਾ ਬਾਦਸ਼ਾਹ ਫਰਕਸ਼ੀਅਰ ਕਿਤੇ ਭੁਲੇਖੇ ਨਾਲ ਇਹਨੂੰ ਜਿੰਦਾ ਨਾ ਰੱਖ ਲਈ, ਕਿਉਂਕਿ ਜੇ ਤੂੰ ਇਹਨੂੰ ਨਾ ਮਾਰਿਆ ਤੇ ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇਗਾ। ਜੇ ਤੂੰ ਪਛਤਾਵੇ ਤੋਂ ਬਚਣਾ ਚਾਹੁੰਦਾ ਤਾਂ ਫਿਰ ਤੈਨੂੰ ਇਸ ਬੰਦੇ ਬਹਾਦਰ ਨੂੰ ਮਾਰਨਾ ਪਵੇਗਾ। ਹੋਏ ਬੰਦੇ ਸਿੱਖ ਜਗ ਮੈਂ ਰਹੇ। ਕਿਉਂਕਿ ਜੇ ਬੰਦਾ ਰਿਹਾ ਤੇ ਇਹਦੇ ਜਿਹੜੇ ਸਾਥੀ ਨੇ ਉਹ ਵੀ ਰਹਿਣਗੇ, ਕਿਉਂਕਿ ਇਹਦੇ ਚੇਲੇ ਬੜੇ ਬਣ ਗਏ ਨੇ ਅੱਗੇ, ਜਿਹੜੇ ਇਹਦੇ ਸੇਵਕ ਬਣੇ ਹੋਏ ਹਨ। ਆਪਣੇ ਜੈਸੇ ਇਹ ਬਹੁ ਕਏ। ਇਹ ਜੇ ਜਿਉਂਦਾ ਰਹਿ ਗਿਆ ਇਹਨੇ ਆਪਣੇ ਵਰਗੇ ਹੋਰ ਕਈ ਬਣਾ ਲੈਣੇ ਨੇ। ਹੁਣ ਇਹ ਇਕੱਲਾ ਕਾਬੂ ਨਹੀਂ ਆਉਂਦਾ। ਜੇ ਇਹਦੇ ਵਰਗੇ ਹੋਰ ਕਈ ਬਣ ਗਏ ਤੇ ਉਹਨਾਂ ਨੂੰ ਕਾਬੂ ਕਿਵੇਂ ਕਰਾਂਗੇ ਬਾਦਸ਼ਾਹ? ਇਸ ਕਰਕੇ ਇਹਨੂੰ ਜਿਉਂਦਾ ਛੱਡਣਾ ਯੋਗ ਨਹੀਂ। ਉਡਨ ਵਿਦਿਆ ਇਨ ਕਈ ਅਨਦਈ। ਮੈਂ ਸੁਣਿਆ ਕਿ ਬੰਦੇ ਦੇ ਕੋਲ ਉੱਡਣ ਦੀ ਵਿਦਿਆ ਹੈ, ਔਰ ਉਹ ਵਿਦਿਆ ਨੇ ਅੱਗੇ ਆਪਣੇ ਕਈ ਚੇਲਿਆਂ ਨੂੰ ਵੀ ਦੇ ਦਿੱਤੀ ਹੈ। ਆਪਣੇ ਵਰਗਾ ਕਈ ਚੇਲਿਆਂ ਨੂੰ ਵੀ ਇਹਨੇ ਆਪਣੇ ਵਰਗਾ ਬਣਾ ਲਿਆ। ਇਸ ਕੇ ਪੁੱਤਰ ਪੀਰੇ ਹੈ ਕਈ। ਇਹਦੇ ਅੱਗੇ ਪੁੱਤਰ ਵੀ ਨੇ, ਸੁਣਿਆ ਇਹਦਾ ਇੱਕ ਬੱਚਾ ਵੀ ਹੈ। ਜੇ ਉਹ ਵੀ ਜਿਉਂਦਾ ਰਹਿ ਗਿਆ ਤਾਂ ਵੀ ਆਪਣੇ ਲਈ ਔਖਾ ਹੋਣਾ। 4 ਸਾਲ ਦੇ ਬੱਚੇ ਨੂੰ ਵੀ ਮਾਰਨ ਵਾਸਤੇ ਪ੍ਰੇਰ ਰਿਹਾ ਫਰਕਸ਼ੀਅਰ ਨੂੰ। ਫਿਰ ਭਰਾ ਵੀ ਤਾਂ ਉਸੇ ਮਲੇਸ਼ ਦਾ ਸੀ ਨਾ, ਵਜੀਦੇ ਦਾ, ਜਿਹਨੇ 7 ਸਾਲ ਤੇ ਜਿਹੋ ਜਿਹਾ ਉਹ ਹੋ ਜਾ ਇਹ ਸੀ। ਅੱਗੋਂ ਕਹਿੰਦਾ ਇਹਦੇ ਅੱਗੇ ਬੱਚੇ ਵੀ ਨੇ, ਤੇ ਜੇ ਇਹਦਾ ਪੁੱਤਰ ਵੀ ਅੱਗੇ ਜਿਉਂਦਾ ਰਹਿ ਗਿਆ ਤੇ ਫਿਰ ਉਹਨੇ ਵੀ ਸਾਡੇ ਲਈ ਨੁਕਸਾਨਦਾਇਕ ਸਾਬਤ ਹੋਣਾ। ਇਸ ਕੇ ਬੱਚੇ ਵੈ ਚਾਮਲ ਆਵੇਂ। ਜੇ ਇਹ ਬਚ ਗਿਆ, ਬੰਦੇ ਨੂੰ ਜਿਉਂਦਾ ਛੱਡ ਦਿੱਤਾ, ਤੇ ਇਹਦੇ ਨਾਲ ਦੇ ਸਾਥੀ ਹੋਰ ਚਾਂਬਲ ਜਾਣਗੇ, ਉਹ ਹੋਰ ਜ਼ਿਆਦਾ ਵਿਗੜ ਜਾਣਗੇ। ਇਸ ਮਾਰੇ ਵੈ ਲੁਕ ਛੁਪ ਜਾਵੇਂ। ਜੇ ਆਪਾਂ ਬੰਦੇ ਨੂੰ ਮਾਰ ਦਿਆਂਗੇ ਤਾਂ ਇਹਦੇ ਨਾਲ ਦੇ ਜਿੰਨੇ ਸਾਥੀ ਨੇ ਆਪੇ ਲੁਕ ਛਿਪ ਜਾਣਗੇ। ਲੁਕ ਛਿਪ ਕੇ ਉਹ ਆਪਣੀਆਂ ਜਾਨਾਂ ਬਚਾਉਣਗੇ। ਉਹਨਾਂ ਅੰਦਰ ਡਰ ਪੈਦਾ ਹੋਵੇਗਾ ਕਿ ਜੇ ਸਾਡਾ ਜਰਨੈਲ ਬੰਦਾ ਬਹਾਦਰ ਇਹਨਾਂ ਨੇ ਮਾਰ ਦਿੱਤਾ ਤਾਂ ਸਾਨੂੰ ਵੀ ਮਾਰ ਸਕਦੇ ਆ। ਉਹਨਾਂ ਦੇ ਹੌਸਲੇ ਢਹਿ ਜਾਣਗੇ। ਬੰਦੇ ਕੇ ਬਹੁਤੇ ਮੁਦਈ। ਬੰਦੇ ਦੇ ਬੜੇ ਦਾਅਵੇਦਾਰ ਨੇ ਅੱਗੇ, ਇਹਦੇ ਅੱਗੇ ਬੜੇ ਮੁਦਈ ਹਨ। ਇੱਕ ਕੀ ਗੱਲ ਉਨ ਬਣਾਈ ਕਈ। ਇੱਕ ਗੱਲ ਦੀਆਂ ਉਹਨਾਂ ਨੇ ਅੱਗੋਂ ਕਈ ਬਣਾ ਲੈਣੀਆਂ ਹਨ। ਫਰਕਸੀਅਰ ਤਵ ਕਾਜੀ ਬੁਲਾਏ। ਉਸੇ ਵੇਲੇ ਫਰਕਸ਼ੀਅਰ ਨੇ ਆਪਣੇ ਦੂਜੇ ਕਾਜ਼ੀਆਂ ਨੂੰ ਵੀ ਸੱਦਿਆ। ਉਸੇ ਕਿਤਾਬੋ ਮਸਲੇ ਕਢਾਏ। ਕਹਿੰਦਾ ਕੱਢੋ ਆਪਣੇ ਕਾਨੂੰਨ ਦੀ ਕਿਤਾਬ। ਕਾਨੂੰਨ ਵੀ ਆਪ ਹੀ ਬਣਾਏ ਸੀ ਇਹਨਾਂ ਨੇ। ਕਹਿੰਦੇ ਸਾਡੀ ਸ਼ਰਅ ਦਾ ਜਿਹੜਾ ਕਾਨੂੰਨ ਹੈ ਉਹ ਕਿਤਾਬ ਕੱਢੋ। ਉਸ ਕਿਤਾਬ ਨੂੰ ਕੱਢ ਕੇ ਵਿੱਚੋਂ ਮਸਲਾ ਪੜੋ ਵੀ ਇਹਨੂੰ ਕੀ ਸਜ਼ਾ ਦਿੱਤੀ ਜਾਵੇ। ਤਬ ਕਾਜੀ ਨੇ ਬਦਲੋ ਬਤਾਇਓ। ਉਸ ਵੇਲੇ ਕਾਜੀ ਨੇ ਜਿਹੜੇ ਭਰਾ ਨੂੰ ਮਾਰਿਆ ਸੀ, ਵਜੀਦੇ ਦਾ ਭਰਾ ਕਾਜੀ, ਉਹਨੇ ਬਦਲਾ ਦੱਸਿਆ। ਕਹਿਣ ਲੱਗਾ ਵਾਂਗ ਵਜ਼ੀਰੇ ਚਈਏ ਕਿਸ ਟਾਇਓ। ਕਹਿੰਦੇ ਜਿਵੇਂ ਮੇਰੇ ਭਰਾ ਵਜ਼ੀਰ ਖਾਨ ਨੂੰ ਇਹਨੇ ਘਸੀਟ ਕੇ ਮਾਰਿਆ ਨਾ, ਇਹਨੂੰ ਵੀ ਮੇਰੇ ਭਰਾ ਵਾਂਗੂ ਹੀ ਘਸੀਟਣਾ ਚਾਹੀਦਾ, ਘਸੀਟ ਕੇ ਇਹਨੂੰ ਮਾਰਨਾ ਚਾਹੀਦਾ। ਮਗਰ ਘੋੜੇ ਕੇ ਦੇਹ ਬੰਧਾਏ। ਇਹਦੀ ਜਿਹੜੀ ਦੇਹ ਹੈ, ਇਹਦਾ ਜਿਹੜਾ ਸਰੀਰ ਹੈ, ਉਹ ਘੋੜਿਆਂ ਦੇ ਪਿੱਛੇ ਬੰਨ ਦਿੱਤਾ ਜਾਵੇ। ਗਿਰਦ ਫਿਰਾਵੋ ਸ਼ਹਿਰੇ ਦਾਏ। ਦਿੱਲੀ ਦੇ ਚਾਰੇ ਪਾਸੇ ਉਹਦਾ ਫੇਰਾ ਫੇਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਬੰਦੇ ਦੀ ਕੀ ਹਾਲਤ ਕੀਤੀ ਹੈ, ਤਾਂ ਜੋ ਲੋਕਾਂ ਅੰਦਰ ਸਾਡੀ ਦਹਿਸ਼ਤ ਤੇ ਡਰ ਬਣਿਆ ਰਹੇ। ਦੋਹਰਾ ਗਿਰਦੇ ਸ਼ਹਿਰ ਘੁਮਾਏ ਕੈ ਫਿਰ ਉਸ ਦੀ ਜੋ ਡਾਲ। ਕਹਿੰਦੇ ਸਾਰੇ ਪਾਸੇ ਸ਼ਹਿਰ ਦੇ ਘੁਮਾ ਕੇ ਤੇ ਚੰਗੀ ਤਰ੍ਹਾਂ ਘਸੀਟ ਕੇ ਸੁੱਟ ਦਿਓ। ਐਸੋ ਕਾਮ ਸੋ ਜੋ ਕਰੇ ਉਸ ਹੋਗੋ ਯਹੀ ਹਵਾਲ। ਤੇ ਨਾਲ ਡੋਂਡੀ ਪਟਾ ਕੇ ਸ਼ਹਿਰ ਦੇ ਵਿੱਚ ਹੋਕਾ ਦਵਾ ਦਿਓ ਕਿ ਜਿਹੜਾ ਬੰਦੇ ਬਹਾਦਰ ਵਾਂਗੂ ਕਰੇਗਾ ਉਹਦੀ ਆਹ ਹਾਲਤ ਕਰਾਂਗੇ ਜੋ ਬੰਦੇ ਬਹਾਦਰ ਦੀ ਕੀਤੀ ਹੈ। ਲੋਕਾਂ ਨੂੰ ਵਿਖਾ ਕੇ ਇਹ ਨਾਲ ਡੋਂਡੀ ਪਟਾ ਕੇ ਲੋਕਾਂ ਨੂੰ ਹੋਕਾ ਦੇ ਕੇ ਕਹਿ ਦਿੱਤਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜਦੋਂ ਅੱਖਾਂ ਕੱਢ ਦਿੱਤੀਆਂ ਗਈਆਂ, ਇਤਿਹਾਸਕਾਰ ਡਾਕਟਰ ਗੰਡਾ ਸਿੰਘ ਹੋਣੀ ਲਿਖਦੇ ਹੈ,
ਫਿਰ ਉਹਨਾਂ ਦੀ ਸੱਜੀ ਲੱਤ ਕੱਟ ਦਿੱਤੀ ਗਈ ਤੇ ਫਿਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਆਖਿਆ ਇਸਲਾਮ ਕਬੂਲ ਕਰ ਲੈ। ਬਾਬਾ ਜੀ ਅਡੋਲ ਸਨ, ਉਹਨਾਂ ਦੀ ਸੱਜੀ ਬਾਂਹ ਕੱਟ ਦਿੱਤੀ ਗਈ, ਫਿਰ ਖੱਬੀ ਬਾਂਹ, ਫਿਰ ਲੱਤ ਵੀ ਕੱਟ ਦਿੱਤੀ, ਦੋਵੇਂ ਲੱਤਾਂ ਵੀ ਕੱਟ ਦਿੱਤੀਆਂ। ਫਿਰ ਵੀ ਇਹਨਾਂ ਮਲੇਛਾਂ ਦਾ ਮਨ ਨਹੀਂ ਪਤੀਜਿਆ। ਗੋਦ ਵਿੱਚ ਬਿਠਾ ਕੇ ਪਹਿਲਾਂ ਤਾਂ ਜਦੋਂ ਹੱਥ ਸਾਬਤ ਸਨ ਕਿਹਾ ਵੀ ਆਪਣਾ ਬੱਚਾ ਆਪ ਕਤਲ ਕਰ। ਬਾਬਾ ਜੀ ਨੇ ਜਵਾਬ ਦਿੱਤਾ ਕਿ ਮੈਂ ਤਾਂ ਕਦੇ ਕਿਸੇ ਦੁਸ਼ਮਣ ਦੇ ਬੱਚੇ ਤੇ ਵੀ ਹੱਥ ਨਹੀਂ ਚੁੱਕਿਆ, ਆਪਣੇ ਬੱਚੇ ਨੂੰ ਕਿਵੇਂ ਕੋਹ ਕੇ ਮਾਰਾਂ। ਗੋਦ ਵਿੱਚ ਲਟਾ ਕੇ 4 ਸਾਲ ਦਾ ਬੱਚਾ ਅਜੈ ਸਿੰਘ, ਉਹਦਾ ਕਲੇਜਾ ਜਿਹੜਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ 'ਚ ਤੁੰਨਿਆ ਗਿਆ ਔਰ ਉਹਦੇ ਖੂਨ ਦੇ ਛਿੱਟੇ ਬਾਬਾ ਜੀ ਦੇ ਚਿਹਰੇ ਤੇ ਮਾਰੇ ਗਏ, ਪਰ ਬਾਬਾ ਬੰਦਾ ਸਿੰਘ ਜੀ ਅਡੋਲ ਬੈਠੇ ਰਹੇ। ਧੰਨ ਗੁਰੂ ਕੀ ਸਿੱਖੀ ਉਸ ਵੇਲੇ ਚਮਕ ਰਹੀ ਹੈ। ਅਨੇਕਾਂ ਤਸੀਹੇ ਦੇਣ ਤੋਂ ਬਾਅਦ ਫਿਰ ਜਮੂਰਾਂ ਦੇ ਨਾਲ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਉਹਨਾਂ ਦੇ ਮਾਸ ਦੀਆਂ ਬੋਟੀਆਂ ਜਿਹੜੀਆਂ ਨੇ ਉਹ ਤੋੜ ਕੇ ਚਮੜੇ ਹੱਡੀਆਂ ਨਾਲੋਂ ਵੱਖਰੀਆਂ ਕੀਤੀਆਂ ਗਈਆਂ, ਪਰ ਬਾਬਾ ਜੀ ਫਿਰ ਵੀ ਅਡੋਲ ਬੈਠੇ ਰਹੇ। ਅਖੀਰ ਫਿਰ ਘੋੜਿਆਂ ਦੇ ਪਿੱਛੇ ਪਾ ਕੇ ਉਹਨਾਂ ਨੂੰ ਘਸੀਟਣ ਦਾ ਹੁਕਮ ਤਾਂ ਕੀਤਾ ਹੀ ਹੋਇਆ ਸੀ ਕਾਜੀ ਨੇ, ਉਹ ਸਜ਼ਾ ਜਿਹੜੀ ਆ ਉਹ ਦਿੱਤੀ ਗਈ। ਚੋਪਈ ਕਾਜੀ ਕਈ ਕਰੀ ਸੋਸ਼ਾ। ਫਰਕਸ਼ੀਅਰ ਨੂੰ ਜਿਹੜੀ ਕਾਜੀ ਨੇ ਸਲਾਹ ਦਿੱਤੀ ਵੀ ਇਹਨੂੰ ਘੋੜਿਆਂ ਦੇ ਪਿੱਛੇ ਘਸੀਟ ਕੇ ਮਾਰਿਆ ਜਾਵੇ, ਉਹ ਸਲਾਹ ਬਾਦਸ਼ਾਹ ਫਰਕਸ਼ੀਅਰ ਨੇ ਮੰਨ ਲਈ। ਮਗਰ ਘੋੜੇ ਵੈ ਦਿਓ ਕਿਸਟਾਏ। ਇਹੀ ਹੁਕਮ ਕੀਤਾ ਉਸੇ ਵੇਲੇ ਬਾਦਸ਼ਾਹ ਨੇ ਕਿ ਇਹਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਘਸੀਟਿਆ ਜਾਵੇ। ਕਹੇ ਬੰਦੇ ਜਿਉ ਕੋ ਕਰੂਗੋ। ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਜਿਵੇਂ ਬਾਦਸ਼ਾਹ ਕਰੇਗਾ ਉਦਾਂ ਇਹਦੇ ਨਾਲ ਹੋਵੇਗੀ। ਜਿਹੜੀ ਮੌਤ ਸਾਨੂੰ ਮਾਰੇਗਾ ਉਸੇ ਮੌਤੇ ਇਹਨੂੰ ਮਰਨਾ ਪਵੇਗਾ। ਵਾਂਗ ਬੰਦੇ ਦੇ ਸੋ ਫਿਰ ਭਰੂਗੋ। ਕਹਿੰਦੇ ਜਿਵੇਂ ਨਾਲ ਇਹਨਾਂ ਨੇ ਹੁਕਮ ਕੀਤਾ, ਡੋਂਡੀ ਪਿੱਟੀ ਫਰਕਸ਼ੀਅਰ ਨੇ ਹੁਕਮ ਕਰਾਇਆ ਸਾਰੇ ਸ਼ਹਿਰ ਵਿੱਚ ਕਿ ਜਿਹੜਾ ਬੰਦੇ ਬਹਾਦਰ ਵਾਂਗੂ ਕੰਮ ਕਰੇਗਾ ਇਦਾਂ ਦੇ, ਉਹਦੀ ਹਾਲਤ ਇਸੇ ਤਰ੍ਹਾਂ ਦੀ ਕਰਾਂਗੇ ਜੋ ਅਸੀਂ ਬੰਦੇ ਦੀ ਕੀਤੀ ਹੈ। ਇਹਨੂੰ ਅੰਨ੍ਹਿਆ ਕਰ ਦਿੱਤਾ, ਘੋੜਿਆਂ ਪਿੱਛੇ ਘਸੀਟਣ ਲੱਗੇ ਆ। ਇਹ ਹਾਲਤ ਉਹਦੀ ਕੀਤੀ ਜਾਵੇਗੀ ਜਿਹੜਾ ਬੰਦੇ ਬਹਾਦਰ ਵਾਂਗੂ ਸਰਕਾਰ ਦੇ ਖਿਲਾਫ ਬਗਾਵਤ ਕਰੇਗਾ। ਇਮ ਕੈ ਬੰਦੋ ਦਿਓ ਮਰਵਾਏ। ਇਦਾਂ ਕਹਿ ਕੇ ਘੋੜੇ ਦੇ ਪਿੱਛੇ ਘਸੀਟ ਕੇ ਪੂਰੇ ਦਿੱਲੀ ਸ਼ਹਿਰ ਵਿੱਚ ਬਾਬਾ ਜੀ ਦੀ ਸਰੀਰ ਨੂੰ ਦੇਹ ਨੂੰ ਫੇਰਿਆ ਗਿਆ। ਅਖੀਰ ਬਾਬਾ ਜੀ ਨੇ ਮਈ ਦੇ ਮਹੀਨੇ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਜਿਮ ਜਿਮ ਸੁਨਿਓ ਸੋ ਧਰਿਓ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਬਾਬਾ ਜੀ ਦੀ ਸ਼ਹੀਦੀ ਬਾਰੇ ਸੁਣਿਆ ਉਸੇ ਤਰ੍ਹਾਂ ਤੁਹਾਨੂੰ ਸੁਣਾ ਦਿੱਤਾ। ਕੋ ਕਹੇ ਬੰਦੋ ਨੇ ਮੋਇਓ। ਕਈਆਂ ਨੇ ਇਹ ਵੀ ਰੋਲਾ ਪਾਇਆ, ਉਸ ਵੇਲੇ ਵੀ ਸ਼ੋਰ ਪਿਆ ਕਿ ਬੰਦਾ ਬਹਾਦਰ ਸ਼ਹੀਦ ਨਹੀਂ ਹੋਇਆ। ਅਕਸਰ ਮਹਾਨ ਸ਼ਹੀਦਾਂ ਦੇ ਬਾਰੇ ਜਿਹੜੇ ਲੋਕਾਂ ਨੂੰ ਜਗਾਉਂਦੇ ਆ ਉਹਨਾਂ ਬਾਬਤ ਤੇ ਗੱਲਾਂ ਫੈਲ ਜਾਂਦੀਆਂ ਹੁੰਦੀਆਂ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਦੋਂ ਇੱਕ ਹੀ ਰੋਲਾ ਪਿਆ ਕਿ ਬੰਦਾ ਸ਼ਹੀਦ ਨਹੀਂ ਹੋਇਆ। ਜਦੋਂ ਘਸੀਟ ਕੇ ਘੋੜਿਆਂ ਦੇ ਪਿੱਛੇ ਉਹਦੀ ਦੇਹ ਮਰਦਾ ਸਮਝ ਕੇ ਸੁੱਟ ਦਿੱਤੀ, ਉਹਨੇ ਸਵਾਸ ਚੜਾ ਲਏ ਸੀ ਦਸਮ ਦੁਆਰ ਵਿੱਚ ਤੇ ਮੁੜ ਕੇ ਸਰੀਰ ਵਿੱਚ ਸਵਾਸ ਲਿਆ ਕੇ ਉੱਡ ਕੇ ਉਹ ਜੰਮੂ ਦੇ ਇਲਾਕੇ 'ਚ ਚਲਾ ਗਿਆ। ਉੱਥੇ ਜਾ ਕੇ ਉਹਨੇ ਆਪਣੀ ਗੱਦੀ ਚਲਾਈ। ਰਿਆਸੀ ਨਾਮਕ ਇੱਕ ਨਗਰ ਹੈ, ਉੱਥੇ ਅੱਜ ਵੀ ਬਾਬਾ ਬੰਦਾ ਸਿੰਘ ਜੀ ਦੇ ਵੰਸ਼ਜ ਸੋਢੀ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸੋਢੀ ਕਹਾਉਂਦੇ ਹੈ ਕਿਉਂਕਿ ਬਾਬਾ ਬੰਦਾ ਸਿੰਘ ਜੀ ਕਲਗੀਧਰ ਦਾ ਆਪਣੇ ਆਪ ਨੂੰ ਪੁੱਤਰ ਦੱਸਦੇ ਸਨ ਤੇ ਕਲਗੀਧਰ ਸੋਢੀ ਨੇ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਸੋਢੀ ਸੁਧਾਇਆ। ਭਾਵੇਂ ਕਿ ਰਾਜਪੂਤ ਬਰਾਦਰੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੁੰਛ ਦੇ ਇਲਾਕੇ ਦੇ ਰਹਿਣ ਵਾਲੇ ਸਨ, ਪਰ ਉਹਨਾਂ ਆਪਣੇ ਆਪ ਨੂੰ ਸੋਢੀ ਸਦਾਇਆ। ਇਹ ਰੋਲਾ ਪੈ ਗਿਆ ਉਸ ਵੇਲੇ। ਭਾਈ ਰਤਨ ਸਿੰਘ ਜੀ ਕਹਿੰਦੇ ਬਹੁਤਿਆਂ ਨੇ ਇਹ ਵੀ ਗੱਲਾਂ ਚਲਾਈਆਂ ਵੀ ਬੰਦਾ ਸ਼ਹੀਦ ਨਹੀਂ ਹੋਇਆ। ਇਹ ਸ਼ੋਰ ਮਚ ਗਿਆ। ਇਹਦੇ ਬਾਰੇ ਪੁਰਾਤਨ ਚਿੱਠੀਆਂ ਦੇ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਪੰਥ ਦੇ ਉਹ ਮਹਾਨ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਨੇ ਕਲਗੀਧਰ ਜੀ ਦੀ ਬਾਣੀ ਦਾ ਸੰਕਲਨ ਕੀਤਾ ਹੈ ਔਰ ਜਿਹੜੇ ਪਾਵਨ ਸਰੂਪ ਨੂੰ ਗੁਰਤਾ ਗੱਦੀ ਦਿੱਤੀ ਗਈ ਉਹ ਪਾਵਨ ਸਰੂਪ ਭਾਈ ਮਨੀ ਸਿੰਘ ਸ਼ਹੀਦ ਜੀ ਨੇ ਲਿਖਿਆ ਆਪਣੀ ਕਲਮ ਨਾਲ, ਕਲਗੀਧਰ ਨੇ ਲਿਖਵਾਇਆ। ਇਹੋ ਜਿਹੇ ਮਹਾਨ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੈਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ। 90 ਸਾਲ ਤੋਂ ਉੱਪਰ ਦੀ ਉਮਰ ਸੀ ਬਾਬਾ ਜੀ ਭਾਈ ਮਨੀ ਸਿੰਘ ਜੀ ਦੀ
ਜਦੋਂ ਉਹਨਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਅੱਗੇ ਉਹਨਾਂ ਦੀ ਕਥਾ ਵੀ ਆਉਣੀ ਹੈ। ਭਾਈ ਮਨੀ ਸਿੰਘ ਜੀ ਦੀਆਂ ਕੁਝ ਚਿੱਠੀਆਂ ਮਿਲਦੀਆਂ ਨੇ ਜਿਹੜੀਆਂ ਉਹਨਾਂ ਨੇ ਸਤਿਕਾਰਯੋਗ ਮਾਤਾ ਸੁੰਦਰੀ ਜੀ ਨੂੰ ਲਿਖ ਕੇ ਭੇਜੀਆਂ। ਲਿਖ ਕੇ ਭੇਜਿਆ, ਆਖਿਆ ਮਾਤਾ ਜੀ ਪੰਥ ਮੇ ਗੋਗਾ ਹੈ ਭਾਈ ਮਨੀ ਸਿੰਘ ਜੀ, ਕਿਉਂਕਿ ਉਸ ਵੇਲੇ ਇਹ ਜਿਹੜੀ ਸਦੂਕੜੀ ਭਾਸ਼ਾ ਲਿਖਣ ਦੇ ਵਿੱਚ ਆਉਂਦੀ ਸੀ, ਬੋਲਣ ਵਿੱਚ ਭਾਵੇਂ ਅੱਜ ਵਾਂਗੂ ਆਪਾਂ ਜਿਹੜੀ ਪੰਜਾਬੀ ਬੋਲਦੇ ਆ, ਲਿਖਣ ਵਿੱਚ ਇਦਾਂ ਆਉਂਦੀ ਸੀ ਕਿ ਪੰਥ ਮੇ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋਏ ਗਿਆ ਹੈ। ਭਾਈ ਮਨੀ ਸਿੰਘ ਜੀ ਨੇ ਇਦਾਂ ਹੀ ਲਿਖੀ ਹੈ ਚਿੱਠੀ। ਇਨ ਬਿਨ ਡਾਕਟਰ ਗੰਡਾ ਸਿੰਘ ਹੋਣਾ ਨੇ ਪੁਰਾਤਨ ਜਿੰਨੇ ਹੁਕਮਨਾਮੇ ਨੇ, ਚਿੱਠੀਆਂ ਨੇ, ਮਾਤਾ ਜੀ ਹੋਣਾ ਦੀਆਂ ਕਲਗੀਧਰ ਦੇ ਹੁਕਮਨਾਮੇ ਨੇ, ਨੌਵੇਂ ਪਾਤਸ਼ਾਹ ਦੇ ਹੁਕਮਨਾਮੇ ਨੇ, ਉਹਨਾਂ ਸਾਰੀਆਂ ਹੁਕਮਨਾਮਿਆਂ ਤੇ ਚਿੱਠੀਆਂ ਦਾ ਸੰਗ੍ਰਹਿ ਕਰਕੇ ਇੱਕ ਪੁਸਤਕ ਛਾਪੀ ਸੀ। ਕੋਈ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਛਪਦੀ ਸੀ, ਹੁਣ ਦਾ ਮੈਨੂੰ ਪਤਾ ਨਹੀਂ। ਉਹਦੇ ਵਿੱਚ ਬਕਾਇਦਾ ਉਹਨਾਂ ਚਿੱਠੀਆਂ ਦਾ ਵੀ ਵੇਰਵਾ ਆਉਂਦਾ ਹੈ ਕਿ ਮਾਤਾ ਜੀ ਪੰਥ ਮੇ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋਏ ਗਿਆ ਹੈ। ਅੱਗੇ ਸਾਹਿਬ ਜਾਣਨ, ਕਿਉਂਕਿ ਉਸ ਵੇਲੇ ਕਨਫਰਮ ਨਹੀਂ ਸੀ ਹੋਇਆ ਪੰਜਾਬ ਦੇ ਵਿੱਚ ਵੀ, ਰੌਲਾ ਇਹ ਪੈ ਗਿਆ ਸੀ ਪੰਥ ਦੇ ਵਿੱਚ ਕਿ ਬੰਦੇ ਨੂੰ ਕੋਈ ਮਾਰ ਹੀ ਨਹੀਂ ਸਕਦਾ। ਉਹ ਬਦੇ ਮੁਕਤ ਹੋ ਗਿਆ, ਯਾਨੀ ਕਿ ਉਹਨੇ ਸਵਾਸ ਚੜਾ ਲਏ ਸੀ, ਮੁੜ ਕੇ ਸਰੀਰ ਲੈ ਕੇ ਉਹ ਜੰਮੂ ਦੇ ਇਲਾਕੇ 'ਚ ਚਲਾ ਗਿਆ, ਗੁਪਤ ਰਿਹਾ। ਇਹ ਰੌਲਾ ਵੀ ਉਸ ਵੇਲੇ ਸੁਣਾਈ ਦਿੱਤਾ ਸੀ। ਭਾਈ ਮਨੀ ਸਿੰਘ ਜੀ ਨੇ ਉਹਦੇ ਬਾਰੇ ਵੇਰਵਾ ਦਿੱਤਾ ਹੈ। ਪਰ ਸੱਚਾਈ ਇਹ ਅੱਗੇ ਭਾਈ ਰਤਨ ਸਿੰਘ ਜੀ ਵੀ ਦੱਸ ਰਹੇ ਨੇ ਕਿ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਪਰ ਜਿਵੇਂ ਅੱਜ ਵੀ ਸੁਭਾਸ਼ ਚੰਦਰ ਬਾਰੇ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਬਾਰੇ ਕਹਾਵਤਾਂ ਹੀ ਸਨ ਕਿ ਕਰ ਤਾਂ ਸ਼ਹੀਦ ਦਿੱਤੇ ਗਏ, ਪਰ ਬਾਅਦ ਵਿੱਚ ਇਹੀ ਰੌਲਾ ਪਾਇਆ ਗਿਆ ਵੀ ਉਹ ਹੈਣ ਕਿਤੇ ਉਹਨਾਂ ਨੂੰ ਕਿਤੇ ਗ੍ਰਿਫਤਾਰ ਕੀਤਾ ਹੋਇਆ, ਕਿਤੇ ਬੈਠੇ ਹੋਏ ਨੇ। ਇਦਾਂ ਦੇ ਬਾਤ ਜਿਹੜੇ ਨੇ, ਬੋਲ ਜਿਹੜੇ ਨੇ ਆਮ ਕਰਕੇ ਸਮਾਜ 'ਚ ਪ੍ਰਚਲਿਤ ਹੁੰਦੇ। ਬਾਬਾ ਬੰਦਾ ਸਿੰਘ ਜੀ ਦੇ ਬਾਬਤ ਵੀ ਇਹੀ ਕਿਹਾ ਗਿਆ ਕਿ ਬੰਦਾ ਨਹਿ ਮੁਇਓ, ਕਿ ਬੰਦਾ ਜਿਹੜਾ ਹੈ ਉਹ ਸ਼ਹੀਦ ਨਹੀਂ ਹੋਇਆ। ਭਈ ਨਾ ਮੜੀ ਸੋ ਉੱਡ ਗਇਓ, ਕਿਉਂਕਿ ਜੇ ਸ਼ਹੀਦ ਹੋਇਆ ਹੁੰਦਾ ਤਾਂ ਕਹਿੰਦੇ ਵੀ ਉਹਦੀ ਮੜੀ ਹੁੰਦੀ, ਉਹਦਾ ਸੰਸਕਾਰ ਜਿੱਥੇ ਹੁੰਦਾ ਉਹਦਾ ਅੰਗੀਠਾ ਹੁੰਦਾ। ਲੋਕਾਂ 'ਚ ਇਹ ਰੌਲਾ ਸੀ ਵੀ ਉਹਦੀ ਮੜੀ ਨਹੀਂ ਹੋਈ, ਉਹ ਕਿਤੇ ਉੱਡ ਕੇ ਚਲਾ ਗਿਆ। ਉੱਡ ਕੇ ਚਲਾ ਗਿਆ। ਸ਼ਹੀਦੀ ਤਾਂ ਬਾਬਾ ਜੀ ਦੀ ਹੋਈ। ਸ਼ੇਖ ਬਖਤਿਆਰ ਕਾਕੀ ਜੀ ਦੀ ਮਜ਼ਾਰ ਹੈ, ਭਗਤ ਫਰੀਦ ਜੀ ਦੇ ਗੁਰੂ ਸਨ। ਬਿਲਕੁਲ ਉਹਦੇ ਨੇੜੇ ਕੁਝ ਸਮਾਂ ਪਹਿਲਾਂ ਦਾਸ ਉੱਥੇ ਦਰਸ਼ਨ ਵੀ ਕਰਕੇ ਆਇਆ ਤੇ ਕਥਾ ਦੀ ਹਾਜ਼ਰੀ ਵੀ ਭਰ ਕੇ ਆਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਪਿਤ ਕੀਤੀ ਹੋਈ ਬੜਾ ਸੁੰਦਰ ਦਰਬਾਰ ਹੈ, ਸੇਵਾ ਚੱਲ ਰਹੀ। ਉਸ ਜਗ੍ਹਾ ਤੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ। ਉਹ ਸ਼ਹੀਦੀ ਸਥਾਨ ਉੱਥੇ ਮੌਜੂਦ ਹੈ। ਪਰ ਲੋਕਾਂ ਵਿੱਚ ਇਹ ਰੋਲਾ ਸੀ ਕਿ ਬੰਦਾ ਉੱਡ ਗਿਆ ਹੈ। ਹਮਰੇ ਦਿਲ ਇਹ ਬਾਤ ਨਾ ਆਈ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰਾ ਦਿਲ ਇਸ ਗੱਲ ਨੂੰ ਨਹੀਂ ਮੰਨਦਾ ਕਿ ਬੰਦਾ ਸ਼ਹੀਦ ਨਹੀਂ ਹੋਇਆ। ਲੋਕ ਕਹਿੰਦੇ ਆ ਕਿ ਬੰਦਾ ਸ਼ਹੀਦ ਨਹੀਂ ਹੋਇਆ, ਪਰ ਜਿਹੜਾ ਇਸ ਗ੍ਰੰਥ ਦਾ ਕਰਤਾ ਲਿਖਾਰੀ ਹੈ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਮੇਰਾ ਦਿਲ ਨਹੀਂ ਮੰਨਦਾ ਕਿ ਕੋਈ ਆਖੇ ਕਿ ਬੰਦਾ ਸ਼ਹੀਦ ਨਹੀਂ ਹੋਇਆ। ਕਹਿੰਦੇ ਮੈਂ 101% ਕਹਿੰਦਾ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋਏ ਨੇ। ਹਾਂਜੀ, ਉਹ ਤੋਂ ਜੀਵਤ ਤੋਂ ਦੇਤ ਦਿਖਾਈ। ਉਹ ਕਹਿੰਦੇ ਜੇ ਜਿਉਂਦੇ ਹੁੰਦੇ ਤੇ ਬਾਅਦ 'ਚ ਦਿਖਾਈ ਦਿੰਦੇ, ਲੋਕਾਂ ਨੂੰ ਦਰਸ਼ਨ ਦਿੰਦੇ। ਮਗਰੇ ਸਿੱਖ ਸਭ ਦੀਨੇ ਮਾਰੇ, ਕਿ ਉਹਨਾਂ ਦੇ ਨਾਲ ਦੇ ਸਾਥੀ ਸਾਰੇ ਬਾਅਦ ਵਿੱਚ ਸ਼ਹੀਦ ਕਰ ਦਿੱਤੇ ਗਏ। ਕਸੀਟ ਕੂਟ ਉਹ ਕਰਕੇ ਖੁਆਰ। ਕਿੰਨੇ ਕੁਝ 700 ਤਾਂ ਪਹਿਲਾਂ ਸ਼ਹੀਦ ਕਰ ਦਿੱਤੇ। 25-26 ਸਿੰਘ ਜਿਹੜੇ ਸਨ ਉਹ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਸ਼ਹੀਦ ਕੀਤਾ ਗਿਆ ਉਹਨਾਂ ਨੂੰ। ਕਹਿੰਦੇ ਜੇ ਬਾਬਾ ਜੀ ਹੁੰਦੇ ਤੇ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖਦੇ, ਉਹ ਆਉਂਦੇ ਨਾ ਉੱਥੇ ਕਿ ਸਾਡੇ ਸਾਥੀਆਂ ਨੂੰ ਸ਼ਹੀਦ ਕਿਉਂ ਕਰਦੇ ਹੋ। ਕਹਿੰਦੇ ਇਸ ਕਰਕੇ ਇਹ ਗੱਲ ਸੱਚ ਨਹੀਂ। ਬਾਜ ਸਿੰਘ ਭਲੀ ਨਿਭਾਈ। ਸਰਹੰਦ ਸ਼ਹਿਰ ਦਾ ਗਵਰਨਰ ਬਾਜ ਸਿੰਘ, ਜਿਹਨੂੰ ਕਲਗੀਧਰ ਨੇ ਥਾਪੜਾ ਦੇ ਕੇ 5 ਸਿੰਘਾਂ ਦੇ ਵਿੱਚ ਭੇਜਿਆ ਸੀ ਬਾਬਾ ਬੰਦਾ ਸਿੰਘ ਦੇ ਨਾਲ, ਉਹਨੇ ਆਪਣੀ ਤੋੜ ਨਿਭਾਈ। ਦਿੱਲੀ ਦੀ ਧਰਤੀ ਤੇ ਭਾਈ ਬਾਜ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਬਾਜ ਸਿੰਘ ਬਾਰੇ ਇਦਾਂ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ। ਫਰਕਸ਼ੀਅਰ ਕਹਿੰਦਾ ਉਹ ਮੈਂ ਸੁਣਿਆ ਤੁਹਾਡੇ 'ਚ ਕੋਈ ਬਾਜ ਨਾਂ ਦਾ ਬੰਦਾ ਜਿਹੜਾ ਸਰਹੰਦ ਤੇ ਰਾਜ ਕਰਦਾ ਰਿਹਾ। ਕਿਹੜਾ ਬਾਜ? ਬਾਜ ਤਾਂ ਉੱਡਦੇ ਹੁੰਦੇ ਆ। ਭਾਈ ਬਾਜ ਸਿੰਘ ਨੇ ਅੱਗੋਂ ਜਵਾਬ ਦਿੱਤਾ, ਫਰਕਸ਼ੀਅਰ ਮੈਂ ਆ ਬਾਜ ਸਿੰਘ। ਕਹਿੰਦਾ ਕੋਈ ਵਿਖਾਏਗਾ ਕਰਤੱਵ? ਕਹਿੰਦਾ ਖੋਲ ਕੇ ਵੇਖ ਕੜੀਆਂ ਹੱਥ ਪੈਰਾਂ ਦੀਆਂ ਜਿਹੜੀਆਂ ਪਾਈਆਂ ਨੇ।
ਪੈਰਾਂ ਦੀਆਂ ਹੱਥ ਕੜੀਆਂ ਖੋਲੀਆਂ ਹੀ ਸਨ, ਪੈਰਾਂ ਦੀਆਂ ਜਿਹੜੀਆਂ ਕੜੀਆਂ ਬੇੜੀਆਂ ਸੀ। ਤੇ ਇਹਨੇ ਨੂੰ ਭਾਈ ਬਾਜ ਸਿੰਘ ਨੇ ਝਪਟ ਮਾਰ ਕੇ ਹੱਥ ਦੇ ਜਿਹੜੇ ਮੋٹے-ਮੋٹے ਕੜੇ ਸੀ ਨਾ ਹੱਥ ਕੜੀਆਂ ਦੇ, 2-3 ਤੁਰਕ ਇਹਨਾਂ ਦੇ ਉਹਨਾਂ ਕੜੀਆਂ ਨਾਲ ਹੀ ਝਟਕਾ ਦਿੱਤੇ। ਇੱਕ ਅਮੀਰਜ਼ਾਦਾ ਖੜਿਆ ਸੀ, ਭੱਜ ਕੇ ਉਹਦੀ ਤਲਵਾਰ ਕੱਢ ਲਈ। ਇਹਨੇ ਨੂੰ ਭੱਜ ਕੇ ਫਰਕਸ਼ੀਅਰ ਦੇ ਸਿਪਾਹੀਆਂ ਨੇ ਰੋਕ ਲਿਆ ਤੇ ਫਰਕਸ਼ੀਅਰ ਨੇ ਵੀ ਡਰ ਕੇ ਸ਼ਹਿ ਕੇ ਪਿੱਛੇ ਹੋ ਕੇ ਆਪਣੀ ਜਾਨ ਬਚਾਈ। ਕਹਿੰਦਾ ਪੰਗਾ ਹੀ ਲੈ ਲਿਆ ਸੀ, ਛੇੜ ਕੇ ਪੁੱਛ ਕੇ ਵੀ ਬਾਜ ਸਿੰਘ ਕਿਹੜਾ। ਤੇ ਬਾਅਦ ਵਿੱਚ ਭਾਈ ਬਾਜ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਮੂਏ ਬੰਦੇ ਸੰਗ ਚਾਰੋਂ ਭਾਈ ਬਾਜ ਸਿੰਘ ਦੇ 3 ਭਰਾ ਹੋਰ ਸਨ, ਉਹ ਵੀ ਬਾਬਾ ਬੰਦਾ ਸਿੰਘ ਦੇ ਨਾਲ ਹੀ ਸ਼ਹੀਦ ਹੋਏ। ਆਲੀ ਸਿੰਘ ਨੇ ਉਸ ਲੋਧੀ ਵਾਲੇ, ਸਲੋਦੀ ਜਿਹੜੀ ਭਾਈ ਕੀ ਸਲੋਦੀ ਨਗਰ ਦੇ ਰਹਿਣ ਵਾਲੇ, ਸਿੰਘਾਂ ਦੀ ਸਲੋਦੀ ਨਗਰ ਜਿਹੜਾ ਸੀ, ਉੱਥੋਂ ਦੇ ਭਾਈ ਆਲੀ ਸਿੰਘ ਜੀ ਇਹ ਵੀ ਨਾਲ ਸ਼ਹੀਦੀ ਪਾ ਗਏ। ਉਹ ਪੀ ਮੋਏ ਬੰਦੇ ਕੇ ਨਾਲੇ, ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਏ। ਏਦਾਂ 1716 ਈਸਵੀ ਦੇ ਵਿੱਚ ਸ਼ਹਾਦਤ ਹੋਈ। ਦੋਹਰਾ ਅੱਗੇ ਰਹੀ ਜੋ ਕਹਾਂਗਾ, ਸਾਖੀ ਬੰਦੇ ਕੀ ਲੋਪ। ਕਹਿਣ ਲੱਗੇ ਹੁਣ ਅੱਗੇ ਤੁਹਾਨੂੰ ਸਾਖੀ ਸੁਣਾਉਂਦੇ ਆ ਵੀ ਜਿਹੜੀ ਲੋਕਾਂ ਵਿੱਚ ਪ੍ਰਚਲਿਤ ਹੋਈ, ਆਮ ਕਰਕੇ ਬਹੁਤੇ ਲੋਕਾਂ ਵਿੱਚ ਇਹ ਪ੍ਰਚਲਿਤ ਹੋਈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੋਂ ਬਦੇ ਮੁਕਤ ਹੋ ਕੇ, ਕਿਉਂਕਿ ਭਾਈ ਰਤਨ ਸਿੰਘ ਜੀ ਨੇ ਆਪਣੀ ਰਾਏ ਦੇ ਦਿੱਤੀ ਹੈ ਵੀ ਮੈਂ ਮੰਨਦਾ ਕਿ ਉਹ ਸ਼ਹੀਦ ਹੋ ਗਏ ਨੇ, ਪਰ ਬਾਅਦ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ, ਉਹਨਾਂ ਦੀ ਅੱਗੇ ਵੰਸ਼ ਚੱਲਦੀ ਹੈ, ਗੱਦੀ ਚੱਲਦੀ ਰਹੀ, ਉਹਨਾਂ ਦਾ ਜਿਹੜਾ ਮੰਨਣਾ ਸੀ ਉਹ ਭਾਈ ਰਤਨ ਸਿੰਘ ਜੀ ਨੂੰ ਕੁਝ ਸਾਥੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਰਿਵਾਰ ਵਿੱਚੋਂ ਮਿਲੇ ਸਨ। ਭਾਈ ਭਾਗ ਸਿੰਘ, ਫਤਿਹ ਸਿੰਘ ਕਰਕੇ ਉਹਨਾਂ ਦਾ ਨਾਮ ਆਉਂਦਾ ਹੈ। ਉਹਨਾਂ ਨੇ ਜਿਵੇਂ ਭਾਈ ਰਤਨ ਸਿੰਘ ਹੋਣਾ ਨੂੰ ਦੱਸਿਆ, ਉਹ ਕਹਿੰਦੇ ਮੈਂ ਉਹ ਵੀ ਇੱਥੇ ਲਿਖਦੇ ਹਾਂ, ਕਿਉਂਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਅਦ ਉਹਨਾਂ ਦੀ ਗੱਦੀ ਚੱਲੀ ਰਿਆਸੀ ਜੰਮੂ ਦੇ ਇਲਾਕੇ ਦੇ ਵਿੱਚ, ਜਿੱਥੇ ਅੱਜ ਵੀ ਉਹਨਾਂ ਦਾ ਸਥਾਨ ਹੈ। ਇਧਰ ਹਿਸਾਰ ਰੋਹਤਕ ਦੇ ਇਲਾਕੇ ਦੇ ਵਿੱਚ ਵੀ ਇੱਕ ਉਹਨਾਂ ਦਾ ਸਥਾਨ ਦੱਸਿਆ ਜਾਂਦਾ ਹੈ। ਉੱਥੇ ਵੀ ਕੁਝ ਪਰਿਵਾਰ ਦੇ ਜੀ ਬਾਬਾ ਜੀ ਦੇ ਹਾਲੇ ਵੀ ਰਹਿੰਦੇ ਹਨ, ਅੰਮ੍ਰਿਤਧਾਰੀ ਹੋ ਗਏ ਨੇ, ਮਹਾਰਾਜ ਜੀ ਦੀ ਬਾਣੀ ਬਾਣੇ ਦੇ ਧਾਰਨੀ ਨੇ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ। ਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਕਹਿੰਦੇ ਜਿਹੜੀ ਗੱਲ ਲੋਪ ਹੋਣ ਦੀ ਚੱਲੀ ਸੀ ਵੀ ਉਹ ਅਲੋਪ ਹੋ ਗਏ। ਕਹਿੰਦੇ ਉਹ ਕਥਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ। ਜਿਮ ਮਰ ਕੇ ਪਇਓ ਜੀਵਤ ਗਇਓ, ਰਹਿਓ ਜਿਮ ਗੋਪ। ਕਹਿੰਦੇ ਜਿਵੇਂ ਉਹਨਾਂ ਨੇ ਕਿਹਾ ਕਿ ਸ਼ਹੀਦੀ ਤੋਂ ਬਾਅਦ ਬਾਬਾ ਜੀ ਫਿਰ ਜਿਉਂਦੇ ਰਹੇ, ਉਹ ਗੁਪਤ ਸਮਾਂ ਉਹਨਾਂ ਨੇ ਕੁਝ ਸਮੇਂ ਲਈ ਗੁਪਤ ਰਹਿ ਕੇ ਜੰਮੂ ਦੇ ਇਲਾਕੇ ਦੇ ਵਿੱਚ ਉਹ ਗੁਪਤ ਰਹੇ, ਛਿਪ ਕੇ ਰਹੇ, ਪ੍ਰਗਟ ਨਹੀਂ ਹੋਏ। ਉਹ ਬਚਨ ਤੁਹਾਨੂੰ ਸੁਣਾਉਂਦੇ ਹਾਂ। ਜੋ ਪਈ ਸੋ ਮੈਂ ਦੇਵੋਂਗੋ ਅੱਗੇ ਲਿਖਾਈ। ਉਹ ਕਹਿੰਦੇ ਮੈਂ ਅੱਗੇ ਲਿਖਾਂਗਾ। ਜੈ ਠੋਰ ਢੂੰਡ ਤੇ ਮੈਨੇ ਪਾਈ। ਕਹਿੰਦੇ ਜਿੱਥੋਂ ਮੈਨੂੰ ਖੋਜ ਕਰਕੇ ਢੂੰਡਦਿਆਂ ਜੋ ਮਿਲਿਆ ਹੈ। ਜਸੂ ਟਿਗ ਹੁਤ ਫਲਾਨ ਗ੍ਰਾਮ। ਕਹਿੰਦੇ ਜਸਵਾਲ ਰਿਆਸਤ ਦੇ ਵਿੱਚ ਇੱਕ ਨਗਰ ਰਿਆਸੀ ਕਰਕੇ ਜਿਹੜਾ ਦੱਸਿਆ ਜਾਂਦਾ ਹੈ। ਜੈ ਸੋਡੀ ਬਾਵੇ ਫਤਿਹ ਸਿੰਘ ਭਾਗ ਸਿੰਘ ਨਾਮ। ਉੱਥੇ ਸੋਢੀ ਬਾਬੇ ਰਹਿੰਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਵੰਸ਼ ਵਿੱਚੋਂ। ਇੱਕ ਦਾ ਨਾਮ ਬਾਬਾ ਫਤਿਹ ਸਿੰਘ ਹੈ ਤੇ ਇੱਕ ਦਾ ਨਾਮ ਬਾਬਾ ਭਾਗ ਸਿੰਘ ਹੈ। ਉਹਨਾਂ ਦੀ ਜਿਹੜੀ ਮਾਨਿਅਤਾ ਸੀ ਉਹ ਕਹਿੰਦੇ ਸੀ ਕਿ ਬਾਬਾ ਜੀ ਉੱਥੋਂ ਇੱਥੇ ਆ ਗਏ, ਇੱਥੇ ਕੋਈ ਸਮਾਂ ਲਈ ਗੁਪਤ ਰਹੇ, ਉਹਨਾਂ ਨੇ ਸ਼ਾਦੀ ਕਰਾ ਲਈ, ਸ਼ਾਦੀ ਕਰਾ ਕੇ ਉਹਨਾਂ ਦੇ ਅੱਗੇ ਸੰਤਾਨ ਹੋਈ, ਅਸੀਂ ਉਹ ਸੰਤਾਨ ਵਿੱਚੋਂ ਆ। ਇਦਾਂ ਉਹ ਕੁਝ ਸਮੇਂ ਲਈ ਇਦਾਂ ਪ੍ਰਚਾਰ ਰਿਹਾ ਉਹਨਾਂ ਦਾ। ਉੱਥੇ ਹੀ ਉਹਨਾਂ ਨੇ ਸਰੀਰ ਛੱਡਿਆ, ਉੱਥੇ ਬਾਬਾ ਜੀ ਦਾ ਉਹਨਾਂ ਨੇ ਅੰਗੀਠਾ ਵੀ ਬਣਾਇਆ। ਹਾਂਜੀ। ਚੋਪਈ ਕਹੇ ਦਿੱਲੀ ਮੈਂ ਹਿੰਦੂ ਇਹ ਬਾਤ। ਦਿੱਲੀ ਸ਼ਹਿਰ ਦੇ ਵਿੱਚ ਜਿੰਨੇ ਹਿੰਦੂ ਸਨ ਜਾਂ ਹੋਰ ਲੋਕ ਸਨ ਉਹ ਗੱਲਾਂ ਕਰਦੇ ਸੀ। ਮੋਇਓ ਨਾ ਬੰਦੋ ਕਿਤ ਗਇਓ ਉਡਾਤ। ਉਹਨਾਂ ਨੇ ਆਖਿਆ ਕਿ ਬੰਦਾ ਸ਼ਹੀਦ ਨਹੀਂ ਹੋਇਆ, ਉਹ ਕਿਤੇ ਉੱਡ ਕੇ ਚਲਾ ਗਿਆ। ਹੋਤੀ ਸ਼ਕਤੀ ਸੋ ਮਨ ਮਾਹੀ। ਕਹਿੰਦੇ ਉਹਦੇ ਕੋਲ ਸ਼ਕਤੀ ਸੀ, ਉਹਨੇ ਆਪਣੇ ਪ੍ਰਾਣ ਜਿਹੜੇ ਸਨ ਦਸਮ ਦੁਆਰ ਚ ਟਿਕਾਏ ਸਨ। ਜੀਵਤ ਗਇਓ ਨੈ ਠੋਰ ਲਭਾਈ। ਪਰ ਉਹ ਜਿਉਂਦਾ ਹੀ ਉੱਥੋਂ ਉੱਡ ਕੇ ਚਲਾ ਗਿਆ।
ਕਿਸ ਥਾਂ ਤੇ ਚਲਾ ਗਿਆ ਉਸ ਜਗ੍ਹਾ ਦਾ ਨਹੀਂ ਪਤਾ। ਸੋ ਅਬ ਠੌਰ ਹਮੇ ਦਿਸ ਆਈ। ਭਾਈ ਰਤਨ ਸਿੰਘ ਜੀ ਕਹਿੰਦੇ ਉਸ ਜਗ੍ਹਾ ਦਾ ਹੁਣ ਮੈਨੂੰ ਪਤਾ ਲੱਗਾ, ਪਹਿਲਾਂ ਤਾਂ ਕਾਫੀ ਸਮਾਂ ਪਤਾ ਹੀ ਨਹੀਂ ਲੱਗਾ। ਭਾਈ ਰਤਨ ਸਿੰਘ ਕਹਿੰਦੇ ਮੈਂ ਉਹਦੀ ਪੜਤਾਲ ਕੀਤੀ ਵੀ ਪਤਾ ਕਰੀਏ ਵੀ ਇਹ ਜਿਹੜੀ ਗੱਲ ਮੰਨੀ ਜਾਂਦੀ ਹੈ ਵੀ ਕਿੱਥੇ ਬਾਬਾ ਜੀ ਅਲੋਪ ਹੋ ਕੇ ਚਲੇ ਗਏ ਸੀ। ਕਹਿੰਦੇ ਉਹ ਜਗ੍ਹਾ ਹੁਣ ਮੈਨੂੰ ਪ੍ਰਾਪਤ ਹੋਈ ਹੈ। ਤਿਸ ਮਿਲੇ ਪੋਤਰੇ ਜੇ ਜਨਮੇ ਜਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੰਸ਼ ਵਿੱਚੋਂ ਉਹਨਾਂ ਦੇ ਅੱਗੇ ਪੋਤਰੇ ਪੜਪੋਤਰੇ ਕਹਿੰਦੇ ਉਹ ਮੈਨੂੰ ਮਿਲੇ ਹਨ। ਫਤਿਹ ਸਿੰਘ ਉਹ ਭਾਗ ਸਿੰਘ ਦੋਈ। ਇੱਕ ਦਾ ਨਾਮ ਭਾਈ ਫਤਿਹ ਸਿੰਘ ਹੈ ਤੇ ਇੱਕ ਦਾ ਨਾਮ ਭਾਈ ਭਾਗ ਸਿੰਘ ਹੈ। 300 ਪੀ ਅੰਮ੍ਰਿਤਸਰ ਗੋਸ਼ਟ ਮੋਈ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਉਹਨਾਂ ਨਾਲ ਗੋਸ਼ਟ ਹੋਈ ਬਕਾਇਦਾ, ਕਿਉਂਕਿ ਭਾਈ ਸਾਹਿਬ ਨੇ ਜਿਹੜਾ ਗ੍ਰੰਥ ਹੈ ਨਾ ਇਹ ਅਕਾਲ ਤਖਤ ਸਾਹਿਬ ਦੇ ਨੇੜੇ ਕਈ ਬੂੰਗੇ ਸਨ ਪੁਰਾਤਨ ਸਮਿਆਂ ਵਿੱਚ, ਤੇ ਇੱਕ ਬੁੱਢੇ ਦਲ ਦਾ ਬੂੰਗਾ ਵੀ ਹੁੰਦਾ ਸੀ ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲਿਆਂ ਦਾ, ਜਿਹੜੇ ਭਾਈ ਰਤਨ ਸਿੰਘ ਜੀ ਦੇ ਨਾਨਾ ਜੀ ਸਨ। ਉਸ ਬੂੰਗੇ 'ਚ ਬਹਿ ਕੇ ਭਾਈ ਸਾਹਿਬ ਨੇ ਗ੍ਰੰਥ ਲਿਖਿਆ ਪੰਥ ਪ੍ਰਕਾਸ਼। ਤੇ ਜਦੋਂ ਲਿਖ ਰਹੇ ਸਨ ਤੇ ਕਹਿੰਦੇ ਉਹਨਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਜੀ ਦੇ ਪੋਤਰੇ ਜਿਹੜੇ ਸਨ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਭਾਗ ਸਿੰਘ ਜੀ, ਉਹ ਕਹਿੰਦੇ ਮੈਨੂੰ ਅੰਮ੍ਰਿਤਸਰ ਸਾਹਿਬ ਆ ਕੇ ਮਿਲੇ ਤੇ ਮੇਰੀ ਉਹਨਾਂ ਦੇ ਨਾਲ ਗੋਸ਼ਟ ਹੋਈ, ਇਸ ਮੁੱਦੇ ਦੇ ਉੱਤੇ ਵਿਚਾਰ ਹੋਈ। ਹਮਕੋ ਹੋਤੀ ਅਤੀ ਚਿੰਤਾ ਭਾਰੀ। ਕਹਿੰਦੇ ਮੇਰੇ ਮਨ ਵਿੱਚ ਇਸ ਗੱਲ ਦੀ ਬੜੀ ਡਾਢੀ ਚਿੰਤਾ ਸੀ ਵੀ ਮੈਂ ਲੱਭ ਰਿਹਾ ਸੀ ਕਿਉਂਕਿ ਮੈਂ ਇਹ ਮੰਨਦਾ ਵੀ ਬਾਬਾ ਜੀ ਸ਼ਹੀਦ ਹੋ ਗਏ ਨੇ, ਪਰ ਆਮ ਕਰਕੇ ਲੋਕਾਂ ਵਿੱਚ ਇਹ ਰੌਲਾ ਸੀ ਵੀ ਉਹ ਸ਼ਹੀਦ ਨਹੀਂ ਹੋਏ। ਜਦੋਂ ਉਹਨਾਂ ਨੂੰ ਤਸੀਹੇ ਦਿੱਤੇ ਗਏ, ਘੋੜਿਆਂ ਪਿੱਛੇ ਘਸੀਟਿਆ ਗਿਆ, ਉਹ ਸਰੀਰ ਨੂੰ ਉਹਨਾਂ ਨੇ ਬਦੇਹ ਮੁਕਤ ਕਰਕੇ ਸਵਾਸ ਦਸਮ ਦੁਆਰ 'ਚ ਟਿਕਾ ਲਏ ਸੀ ਤੇ ਮੁੜ ਕੇ ਫਿਰ ਸੁਰਜੀਤ ਹੋ ਕੇ ਉੱਡ ਕੇ ਉੱਥੋਂ ਜੰਮੂ ਦੇ ਇਲਾਕੇ 'ਚ ਚਲੇ ਗਏ ਸੀ। ਕਹਿੰਦੇ ਮੇਰੇ ਮਨ 'ਚ ਫਿਕਰ ਸੀ, ਚਿੰਤਾ ਸੀ ਵੀ ਮੈਂ ਇਸ ਗੱਲ ਦੀ ਖੋਜ ਕਰਾਂ। ਭਾਗ ਸਿੰਘ ਮਿਲ ਹਮੇ ਨਿਵਾਰੀ। ਕਹਿੰਦੇ ਮੇਰੀ ਉਹ ਚਿੰਤਾ ਭਾਈ ਭਾਗ ਸਿੰਘ ਨੇ ਦੂਰ ਕੀਤੀ। ਕਈ ਉਹਨੇ ਹਮ ਐਸੇ ਸੁਨੀ। ਉਹਨੇ ਜਿਵੇਂ ਭਾਗ ਸਿੰਘ ਨੇ ਮੈਨੂੰ ਕਹੀ ਮੈਂ ਸੁਣੀ। ਸ਼ਹਿਰ ਨ ਨੇਰੇ ਐਸੇ ਹੁਨੀ। ਹਾਂਜੀ, ਸ਼ਹਿਰ ਨ ਨੇਰੇ ਐਸੇ ਹੁਨੀ। ਕਹਿੰਦੇ ਮੈਂ ਉਹ ਪਹਿਲਾਂ ਸੁਣੀ ਨਹੀਂ ਸੀ ਇਸ ਤਰ੍ਹਾਂ ਦੀ। ਤੁਰਕਨ ਸਿਰ ਸਿਰ ਬੰਦੇ ਲਾਇਓ। ਆਖਿਆ ਕਿ ਉਹਨਾਂ ਨੇ ਆਪਣਾ ਸਿਰ ਤੁਰਕਾਂ ਦੇ ਸਿਰ ਲਾਇਆ। ਜਿਮ ਚਾਇਓ ਤਿਮ ਕਾਟ ਗਿਰਾਇਓ। ਉਹਨਾਂ ਨੇ ਇਸ ਤਰੀਕੇ ਨਾਲ ਦੱਸੀ ਕਹਿੰਦੇ ਗੱਲ ਮੈਨੂੰ। ਉਹ ਕਹਿੰਦੇ ਵੀ ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਦਾ ਸਿਰ ਕੱਟਿਆ, ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ। ਪੁਨ ਤਿਨ ਚਾਇਓ ਦਇ ਦੇਸ਼ਨ ਖਿੰਡਵਾਏ। ਉਹ ਚਾਹੁੰਦੇ ਸੀ ਵੀ ਇਹਦੇ ਸਰੀਰ ਦੇ ਜਿਹੜੇ ਟੁਕੜੇ ਨੇ ਉਹ ਸਾਰੇ ਦੇਸ਼ਾਂ ਵਿੱਚ ਵੰਡ ਦਿੱਤੇ ਜਾਣ, ਖਿੰਡਾ ਦਿੱਤੇ ਜਾਣ। ਕਹਿੰਦੇ ਏਦਾਂ ਰੌਲਾ ਪਾਇਆ ਗਿਆ। ਬੰਦ ਬੰਦ ਤਰੋ ਜੁਦੋ ਕਰਵਾਏ। ਕਹਿੰਦੇ ਬਾਬਾ ਜੀ ਦੇ ਸਰੀਰ ਦੇ ਹੱਥ ਪੈਰ ਤਾਂ ਕੱਟੇ ਹੀ ਸਨ, ਅੱਖਾਂ ਵੀ ਕੱਢ ਦਿੱਤੀਆਂ, ਸਿਰ ਕੱਟ ਦਿੱਤਾ, ਸਰੀਰ ਦੇ ਜਿੰਨੇ ਜੋੜ ਸੀ ਉਹ ਵੱਖੋ ਵੱਖਰੇ ਕੀਤੇ ਗਏ। ਦੋਹਰਾ ਜੈ ਹੁਤ ਖੋਫ ਬਡੋ ਸੁਨਿਓ ਦੇਸ਼ ਦਿਸੰਤਰ ਮਾਏ। ਇਸ ਕਰਕੇ ਉਹ ਕਹਿੰਦੇ ਉਹ ਸ਼ਹੀਦ ਵੀ ਸੀ, ਉਹਨਾਂ ਨੇ ਆਪਣਾ ਸਿਰ ਲਾ ਦਿੱਤਾ ਇੱਕ ਵਾਰੀ ਲੇਖੇ, ਪਰ ਬਾਅਦ ਵਿੱਚ ਕਹਿੰਦੇ ਭਾਗ ਸਿੰਘ ਨੇ ਜਿਹੜੀ ਮੈਨੂੰ ਗੱਲ ਦੱਸੀ, ਜਿਹੜਾ ਬਾਬਾ ਬੰਦਾ ਸਿੰਘ ਜੀ ਦੇ ਪਰਿਵਾਰ ਚੋਂ ਸੀ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹ ਦੱਸਦਾ ਕਿ ਟੁਕੜੇ ਟੁਕੜੇ ਕਰਕੇ ਸੰਦੂਕਾਂ ਦੇ ਵਿੱਚ ਪਾ ਦਿੱਤੇ ਗਏ। ਅਬ ਤੈਂ ਕੱਲ ਦਿਖ ਲਾਈਏ ਬੰਦੇ ਬੰਦ ਪਹੁੰਚਾਏ। ਆਖਿਆ ਵੀ ਇਹ ਜਿਹੜੇ ਟੁਕੜੇ ਨੇ ਸਰੀਰ ਦੇ ਹੁਣ ਸਾਰੇ ਪਾਸੇ ਉਹਨਾਂ ਦੇ ਦੇਸ਼ ਦੇ ਵਿੱਚ ਖਿਲਾਰ ਦਿੱਤੇ ਜਾਣ। ਚੋਪਈ ਯਹੀ ਹੁਕਮ ਫਰਕਸੀਰ ਦਿਓ। ਫਰਕਸੀਰ ਨੇ ਇਹ ਹੁਕਮ ਦਿੱਤਾ। ਯੋ ਕੈ ਮਦ ਸੰਦੂਕਨ ਠਇਓ। ਕਹਿੰਦੇ ਬਾਬਾ ਜੀ ਦੇ ਸਰੀਰ ਦੇ ਜਿਹੜੇ ਟੁਕੜੇ ਟੁਕੜੇ ਕੀਤੇ ਹੋਏ ਸੰਦੂਕਾਂ ਵਿੱਚ ਪਾਏ ਵੱਖੋ ਵੱਖਰੇ। ਉਸ ਪਰ ਦਰੋਗੇ ਕੀਏ ਨਿਗਵਾਨ। ਔਰ ਉਹਦੇ ਤੇ ਕੁਝ ਦਰੋਗੇ ਜਿਹੜੇ ਸਾਨੂੰ ਨਿਗਾਹਬਾਨ ਕਰਕੇ ਲਾ ਦਿੱਤੇ ਨਿਗਰਾਨੀ ਲਈ। ਦੇਸ ਵੰਡ ਕੇ ਤੋਰਿਓ ਅਗਵਾਨ। ਉਹਨਾਂ ਨੂੰ ਵੰਡ ਕੇ ਵੀ ਤੂੰ ਫਲਾਣੇ ਫਲਾਣੇ ਥਾਂ ਤੇ ਇੱਕ ਇੱਕ ਸੰਦੂਕ ਇਹਦਾ ਲੈ ਕੇ ਜਾਣਾ। ਸੋ ਸੁਨੋ ਰਾਤ ਬੰਦੇ ਜੀ ਠਈ। ਉਹ ਜਦੋਂ ਲੈ ਕੇ ਸਾਰੇ ਸੰਦੂਕ ਇਕੱਠੇ ਚੱਲੇ ਨਾ ਦਿੱਲੀੋਂ, ਤੇ ਰਾਤ ਦੇ ਸਮੇਂ ਬਾਬਾ ਬੰਦਾ ਸਿੰਘ ਜੀ ਨੇ ਇਹਨਾਂ ਨੂੰ ਦਰਸ਼ਨ ਦਿੱਤੇ ਦਰੋਗਿਆਂ ਨੂੰ।
ਬੋਲ ਦਰੋਗਨ ਸੋਇਓ ਕਈ। ਦਰੋਗਿਆਂ ਨੂੰ ਬੋਲ ਕੇ ਇਸ ਤਰ੍ਹਾਂ ਕਿਹਾ, ਇਹ ਸੰਦੂਕ ਅਬ ਹੀ ਫਟ ਜਾਏ। ਉਹਨਾਂ ਆਖਿਆ ਵੀ ਇਹ ਸੰਦੂਕ ਸਾਰੇ ਹੁਣ ਫਟ ਜਾਣਗੇ ਤੁਹਾਡੇ, ਹਮਰੀ ਦੇ ਤੁਮ ਦਿਓ ਬਣਾਏ। ਤੇ ਜਦੋਂ ਇਹ ਫਟ ਜਾਣਗੇ ਸਾਡੇ ਸਰੀਰਾਂ ਦੇ ਜਿਹੜੇ ਟੁਕੜੇ ਨੇ ਇਹ ਇਕੱਠੇ ਕਰ ਦਿਓ ਤੇ ਸਾਰੇ ਇਕੱਠੇ ਹੋ ਜਾਣਗੇ। ਨੈ ਬਨਵੋ ਤੋ ਅੰਧੇ ਹੋਵੋ। ਤੇ ਤੁਸੀਂ ਇਹ ਇਕੱਠੇ ਕਰ ਦਿਓ, ਸਾਡੀ ਦੇਹ ਸਾਬਤ ਕਰ ਦਿਓ ਜੇ ਨਾ ਕੀਤਾ ਤੇ ਤੁਸੀਂ ਸਾਰੇ ਦਰੋਗੇ ਅੰਨੇ ਹੋ ਜਾਓਗੇ, ਪ੍ਰਾਣ ਗਵਾ ਲਵੋਗੇ। ਹੋਏ ਦੁਖੀਏ ਤੁਮ ਪ੍ਰਾਣ ਗਵਾਵੋ। ਦੁਖੀ ਹੋ ਕੇ ਤੁਸੀਂ ਆਪਣੇ ਪ੍ਰਾਣ ਗਵਾਓਗੇ। ਸੋ ਸੁਨ ਉਹਨੇ ਕੁਛ ਆਕੜ ਕਈ। ਸੁਣ ਕੇ ਉਹਨਾਂ ਦਰੋਗਿਆਂ ਨੇ ਅੱਗੋਂ ਥੋੜੀ ਜਿਹੀ ਆਕੜ ਵਿਖਾਈ। ਪਏ ਅੰਧੇ ਤੋਂ ਸਭ ਭੁੱਲ ਗਈ। ਉਹਨਾਂ ਵਿੱਚੋਂ ਫਿਰ ਕੁਝ ਦਰੋਗੇ ਅੰਨੇ ਵੀ ਹੋ ਗਏ, ਉਹਨਾਂ ਨੂੰ ਫਿਰ ਸਾਰੀਆਂ ਸੁੱਧਾਂ ਭੁੱਲ ਗਈਆਂ। ਤੋ ਦਰੋਗਨ ਕਹਿਓ ਹਮ ਆਂਖੇ ਦਏ। ਫਿਰ ਉਹ ਦਰੋਗਿਆਂ ਨੇ ਪਛਤਾਵਾ ਕਰਕੇ ਆਖਿਆ, ਬੰਦਾ ਸਿੰਘ ਜੀ ਤੁਸੀਂ ਸਾਨੂੰ ਅੱਖਾਂ ਸਾਡੀਆਂ ਵਾਪਸ ਕਰੋ। ਔਰ ਲੋਗਨ ਕੋ ਨਦਰ ਨ ਪਏ। ਹੋਰ ਲੋਕਾਂ ਨੂੰ ਨਜ਼ਰ ਨਾ, ਹੁਣ ਬੰਦਾ ਕੇਵਲ ਦਰੋਗਿਆਂ ਨੂੰ ਦਿਸ ਰਿਹਾ, ਹੋਰ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਸੋ ਬਾਤ ਬੰਦੇ ਜੀ ਕਈ। ਬਾਬਾ ਬੰਦਾ ਸਿੰਘ ਜੀ ਨੇ ਫਿਰ ਇਹਨਾਂ ਦੇ ਨੇਤਰ ਸਾਬਤ ਕੀਤੇ। ਉਨਕੋ ਤੋ ਪ੍ਰਤੀਤੈ ਆਈ। ਫਿਰ ਉਹਨਾਂ ਦਰੋਗਿਆਂ ਨੂੰ ਪ੍ਰਤੀਤ ਆਈ, ਭਰੋਸਾ ਆਇਆ। ਦੋਹਰਾ ਬੰਦੇ ਜੀ ਜਿਮ ਉਨ ਕਹਿਓ ਤਿਮ ਤਿਨ ਦਿਓ ਬਣਾਏ। ਕਹਿੰਦੇ ਜਿਵੇਂ ਬਾਬਾ ਜੀ ਨੇ ਕਿਹਾ ਨਾ ਵੀ ਇਹ ਸਰੀਰ ਸਾਰੇ ਜਿਹੜੇ ਟੁਕੜੇ ਕੀਤੇ ਹੋਏ ਨੇ ਸਾਡੇ ਇਹ ਜੋੜ ਦਿਓ, ਤੇ ਜਿਵੇਂ ਜਿਵੇਂ ਕਿਹਾ ਉਹਨਾਂ ਦਰੋਗਿਆਂ ਨੇ ਸਰੀਰ ਸੰਦੂਕ ਵਿੱਚੋਂ ਕੱਢ ਕੇ ਜੋੜ ਦਿੱਤੇ। ਮਦ ਹਨੇਰੇ ਨੇ ਦਿਸੈ ਇਮ ਹੱਥ ਪਗ ਲਗੇ ਪਲਟਾਏ। ਕਹਿੰਦੇ ਹਨੇਰਾ ਸੀ, ਰਸਤੇ ਵਿੱਚ ਪੂਰਾ ਸਾਫ਼ ਨਹੀਂ ਸੀ ਨਜ਼ਰ ਆਉਂਦਾ, ਤੇ ਹੱਥ ਪੈਰ ਜਿਵੇਂ ਉਹਨਾਂ ਦੇ ਲੱਗੇ ਉਹਨਾਂ ਨੇ ਲਾ ਦਿੱਤੇ। ਚੋਪਈ ਔਰ ਬੰਦੇ ਜੀ ਐਸ ਵਿਚਾਰੀ। ਬਾਬਾ ਬੰਦਾ ਸਿੰਘ ਜੀ ਨੇ ਫਿਰ ਵਿਚਾਰ ਕੀਤੀ, ਜੋ ਹਮ ਬਣਾਵੇਂ ਦੇ ਸਭ ਕਾਰੀ। ਆਖਿਆ ਕਿ ਜੇ ਹੁਣ ਅਸੀਂ ਆਪਣੀ ਇਹ ਸਾਰੀ ਦੇਹ ਠੀਕ ਕੀਤੀ ਤੋ ਲੋਕ ਕਹੇ ਕੋਹੂ ਹੈ ਪਖੰਡੀ। ਤੇ ਲੋਕ ਆਖਣਗੇ ਵੀ ਇਹ ਕੋਈ ਪਖੰਡੀ ਹੈ। ਯੋ ਉਲਟੀ ਦੇ ਦਿਖਾਈ ਮੰਡੀ। ਕਹਿੰਦੇ ਉਹ ਪੁੱਠੇ ਸਿੱਧੇ ਜਿਹੜੇ ਸਰੀਰ ਦੇ ਹਿੱਸੇ ਜੋੜੇ ਸੀ ਨਾ ਉਦਾਂ ਹੀ ਜੋੜ ਕੇ ਮੰਡੀ ਜਾ ਕੇ ਬਾਬਾ ਜੀ ਪ੍ਰਗਟ ਹੋ ਗਏ ਦਿੱਲੀ ਤੋਂ। ਏਦਾਂ ਇਹ ਐਸਾ ਮੰਨਣਾ, ਕਲਪਨਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ। ਸੱਚਾਈ ਉੱਪਰ ਭਾਈ ਰਤਨ ਸਿੰਘ ਜੀ ਦੱਸ ਆਏ ਨੇ ਵੀ ਉਹ ਸ਼ਹੀਦ ਹੋ ਗਏ ਨੇ, ਪਰ ਬਾਬਾ ਬੰਦਾ ਸਿੰਘ ਜੀ ਦੇ ਪਰਿਵਾਰ ਚੋਂ ਕੋਈ ਭਾਗ ਸਿੰਘ ਨਾਮ ਦਾ ਅੱਗੋਂ ਉਹਨਾਂ ਦਾ ਵੰਸ਼ਜ ਸੀ, ਉਹਦਾ ਇਹ ਜੋ ਮੰਨਣਾ ਹੈ ਉਹ ਭਾਈ ਸਾਹਿਬ ਇੱਥੇ ਕੋਟ ਕਰ ਰਹੇ ਨੇ। ਪਰ ਭਾਈ ਸਾਹਿਬ ਆਪਣੀ ਸਹਿਮਤੀ ਦੇ ਆਏ ਨੇ, ਉਹ ਸ਼ਹੀਦ ਹੋਏ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਸ਼ਹੀਦੀ ਦਿੱਤੀ ਔਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਹਾਂਜੀ। ਦੋਹਰਾ ਹੋਤੀ ਬੰਦੇ ਯੋ ਦਿਲ ਬਸੀ ਸਤਿਗੁਰ ਕਿਉ ਸਭ ਕੀਨ। ਇਹ ਤਾਂ ਬਾਬਾ ਬੰਦਾ ਸਿੰਘ ਜੀ ਦੇ ਦਿਲ ਵਿੱਚ ਜੋ ਵਸੀ ਸੀ ਉਸੇ ਤਰ੍ਹਾਂ ਉਹਨਾਂ ਨੇ ਕੀਤੀ। ਰਹੀ ਹੋਤੇ ਜੰਬੂ ਦਿਸੇ ਅਬ ਦਿਓ ਪਤਿਆਰੋ ਚੀਨ। ਕਹਿੰਦੇ ਜੰਮੂ ਦੇ ਵੱਲ ਜਾ ਕੇ ਉਹਨਾਂ ਨੇ ਆਪਣੀ ਦੇਹ ਪ੍ਰਗਟ ਕੀਤੀ, ਉੱਥੇ ਉਹਨਾਂ ਨੇ ਆਪਣਾ ਪਤਿਆਰਾ ਦਿੱਤਾ। ਬੰਦੋ ਜੀ ਤੈ ਤੇ ਉਡਿਓ ਟਿਗ ਪੁਜਿਓ ਜੰਮੂ ਕੈਸੋਏ। ਬਾਬਾ ਬੰਦਾ ਸਿੰਘ ਜੀ ਉੱਥੋਂ ਉੱਡੇ ਤੇ ਜੰਮੂ ਦੇ ਇਲਾਕੇ 'ਚ ਜਿੱਥੇ ਰਿਆਸੀ ਨਗਰ ਅੱਜ ਕੱਲ ਉੱਥੇ ਗਏ। ਜਗਾ ਖੂਬ ਮਨ ਮਾਨਤੀ ਲਖ ਬੈਠੋ ਤੁਰ ਤੈ ਤੋਏ। ਜਗ੍ਹਾ ਬੜੀ ਮਨ ਭਾਉਂਦੀ ਜਗ੍ਹਾ ਸੀ, ਉੱਥੇ ਜਾ ਕੇ ਉਹਨਾਂ ਨੇ ਆਪਣਾ ਆਸਣ ਲਾ ਲਿਆ, ਉੱਥੇ ਉਹਨਾਂ ਦੀ ਸ਼ਾਦੀ ਹੋਈ। ਚੋਪਈ ਤਾਂ ਜਾਏ ਕੁਛ ਗੁਪਤ ਪੀ ਰਹੇ ਹੋ। ਕਿਉਂਕਿ ਬਾਬਾ ਜੀ ਦੀ ਜਿਹੜੀ ਪਹਿਲੀ ਘਰ ਵਾਲੀ ਸੀ ਚੰਬੇ ਦੇ ਇਲਾਕੇ 'ਚ ਜਿਹੜੀ ਸ਼ਾਦੀ ਹੋਈ, ਉਹਦੇ ਬਾਰੇ ਇਸ ਤਰ੍ਹਾਂ ਵਿਦਵਾਨ ਕਹਿੰਦੇ ਵੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤੇ ਬੱਚੇ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਹਾਂਜੀ। ਹੋਤੇ ਪੇਤੀ ਤੇ ਸਦ ਮਿਲਿਓ। ਜਿਹੜੇ ਉੱਥੇ ਭੇਤੀ ਸਨ ਬਾਬਾ ਜੀ ਦੇ, ਉਹਨਾਂ ਨੂੰ ਸੱਦ ਕੇ ਮਿਲੇ। ਹੋਤੋ ਤਤਕਾਰ ਜੇ ਉਨਕੇ ਸਾਥ। ਉਹਨਾਂ ਦੇ ਨਾਲ ਜਿਹੜੇ ਤਕਰਾਰ ਕੀਤੇ ਸੀ ਵੀ ਅਸੀਂ ਆਵਾਂਗੇ, ਉਹ ਇਕਰਾਰ ਪੂਰੇ ਕੀਤੇ। ਸਭ ਪੁਜਾਈ ਉਨਕੀ ਬਾਤ। ਸਾਰਿਆਂ ਦੀਆਂ ਆਸਾਂ ਬਾਬਾ ਬੰਦਾ ਸਿੰਘ ਨੇ ਪੂਰੀਆਂ ਕੀਤੀਆਂ। ਤਹਾਂ ਬੈਠ ਬੋ ਪਰਚੇ ਲਾਏ। ਉੱਥੇ ਜਾ ਕੇ ਬਹੁਤੇ ਪਰਚੇ ਬਾਬਾ ਜੀ ਨੇ ਕਰਾਮਾਤਾਂ ਅਜਮਤਾਂ ਵਿਖਾਈਆਂ। ਬਹੁ ਲੋਕਨ ਕੇ ਮਨ ਪਤੀ ਆਏ। ਕਹਿੰਦੇ ਬਹੁਤਿਆਂ ਦੇ ਮਨ ਜਿਹੜੇ ਸਨ ਉਹ ਉਸ ਵੇਲੇ ਉਹਨਾਂ ਨੇ ਰਾਜੀ ਕੀਤੇ। ਦੋਹਰਾ ਸੋ ਪਈ ਗਲ ਪਾਤਸ਼ਾਹ ਕੀ
ਬੰਦੇ ਆਖੀ ਸਾਤ। ਉੱਥੋਂ ਫਿਰ ਉਹਨਾਂ ਦੀ ਸ਼ਾਦੀ ਹੋਈ ਤੇ ਉਸ ਸ਼ਾਦੀ ਵਿੱਚੋਂ ਜਿਹੜੀ ਅੱਗੇ ਸੰਤਾਨ ਹੈ ਉਹ ਅੱਗੇ ਚੱਲਦੀ। ਇਹ ਕਹਿੰਦੇ ਭਾਗ ਸਿੰਘ ਹੋਣਾ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਆ ਕੇ ਦੱਸੀ। ਇਹ ਤਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵਿਥਿਆ, ਸ਼ਹੀਦ ਹੋਏ, ਪਰ ਰੌਲਾ ਵੀ ਇਹ ਪੈ ਗਿਆ ਵੀ ਉਹ ਸ਼ਹੀਦ ਨਹੀਂ ਹੋਏ। ਉਹ ਉੱਥੋਂ ਸ਼ਹੀਦੀ ਤੋਂ ਬਾਅਦ ਜਦੋਂ ਉਹਨਾਂ ਦਾ ਸਰੀਰ ਉਹਨਾਂ ਨੇ ਆਪਣੇ ਵੱਲੋਂ ਮਰਿਆ ਹੋਇਆ ਸੁੱਟ ਕੇ ਦੇ ਚਲੇ ਗਏ ਤੇ ਉਹ ਮੁੜ ਕੇ ਜੀਵਤ ਹੋ ਕੇ ਉੱਥੋਂ ਚਲੇ ਗਏ। ਕਈਆਂ ਨੇ ਆਖਿਆ ਜੀ ਟੁਕੜੇ ਟੁਕੜੇ ਕੀਤਾ, ਸੰਦੂਕ ਵਿੱਚ ਪਾ ਕੇ ਲੈ ਕੇ ਗਏ ਤੇ ਮੁੜ ਕੇ ਉਹ ਸਰੀਰ ਇਕੱਠਾ ਕਰਕੇ ਮੰਡੀ ਗਏ, ਮੰਡੀੋਂ ਫਿਰ ਜੰਮੂ ਜਾ ਕੇ ਪ੍ਰਗਟ ਹੋ ਕੇ ਉਹਨਾਂ ਨੇ ਸ਼ਾਦੀ ਕਰਾਈ, ਉੱਥੋਂ ਉਹਨਾਂ ਦੀ ਸੰਤਾਨ ਚੱਲੀ। ਤੋ ਇਸ ਤਰ੍ਹਾਂ ਬਹੁਤੀਆਂ ਕਹਿਵਤਾਂ ਚੱਲੀਆਂ, ਪਰ ਭਾਈ ਰਤਨ ਸਿੰਘ ਜੀ ਨੇ ਫੈਸਲਾ ਇਹ ਕੀਤਾ ਹੈ ਕਿ ਉਹ ਸ਼ਹੀਦ ਹੋਏ ਨੇ, ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਹੁਣ ਸੁਣੋ ਇਧਰ ਫਰਕਸ਼ੀਅਰ ਦੀ ਬਾਤ। ਫਰਕਸ਼ੀਅਰ ਨਾਲ ਜਿਵੇਂ ਬੀਤੀ, ਜਿਵੇਂ ਬਾਬਾ ਜੀ ਨੇ ਕਿਹਾ ਸੀ ਨਾ ਜਿਵੇਂ ਸਾਨੂੰ ਮਾਰੇਗਾ, ਉਹਨੇ ਕਿਹਾ ਵੀ ਕਿਹੜੀ ਮੌਤੇ ਮਾਰਾਂ, ਕਹਿੰਦੇ ਜਿਹੜੀ ਤੂੰ ਆਪਣੇ ਆਪ ਮਰਨਾ। ਬਾਬਾ ਜੀ ਦਾ ਉਹ ਕਿਹਾ ਵਾਕ, ਕਿਉਂਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਜਿਹੜੇ ਸੂਰਬੀਰ ਬਚਨ ਕੇ ਬਲੀ ਹੁੰਦੇ ਆ ਨਾ, ਉਹਨਾਂ ਦੀ ਰਸਨਾ ਤੋਂ ਬੋਲਿਆ ਹੋਇਆ ਬੋਲ ਸੱਚ ਹੁੰਦਾ, ਉਹ ਪ੍ਰਮਾਤਮਾ ਦੀ ਦਰਗਾਹ 'ਚ ਵੀ ਪ੍ਰਵਾਨ ਹੁੰਦਾ। ਤੋ ਬਾਬਾ ਜੀ ਦੇ ਕਈ ਵਾਕ ਜਿਵੇਂ ਸੱਤ ਹੋਏ ਨੇ, ਉਹ ਵੀ ਆਪ ਜੀ ਸੁਣੋ। ਫਰਕਸ਼ੀਅਰ ਅੰਧਾ ਕੀਓ ਰਲ ਦੋਏ ਸੈਯਦ ਪ੍ਰਾਤ। ਕਹਿੰਦੇ ਜਿਵੇਂ ਫਰਕਸ਼ੀਅਰ ਨੂੰ ਅੰਨਾ ਕੀਤਾ ਉਹਦੇ ਭਰਾਵਾਂ ਨੇ ਰਲ ਕੇ ਪਹਿਲਾਂ, ਕਿਉਂਕਿ ਬਾਬਾ ਜੀ ਨੂੰ ਵੀ ਨੇਤਰਾਂ ਤੋਂ ਅੰਨ੍ਹਿਆ ਕੀਤਾ ਸੀ ਨਾ ਇਹਨੇ, ਇਹਦੇ ਭਰਾਵਾਂ ਨੇ ਰਲ ਕੇ ਫਰਕਸ਼ੀਅਰ ਨੂੰ ਅੰਨਾ ਕੀਤਾ। ਦੋ ਸੈਯਦ ਭਰਾ ਸੀ, ਉਹਨਾਂ ਨੇ ਇਹਦੀਆਂ ਅੱਖਾਂ ਕੱਢ ਕੇ ਇਹਨੂੰ ਅੰਨਾ ਕੀਤਾ। ਚੌਪਈ ਹਸਨ ਖਾਨ ਅਬਦੁੱਲਾ ਖਾਨ। ਉਹ ਕਿਹੜੇ ਸੈਯਦ ਸੀ? ਇੱਕ ਦਾ ਨਾਂ ਸੀ ਹਸਨ ਖਾਨ, ਹਸਨ ਅਲੀ ਵੀ ਇਹਨੂੰ ਕਹਿੰਦੇ ਆ, ਦੂਜੇ ਦਾ ਨਾਂ ਸੀ ਅਬਦੁਲ ਖਾਨ। ਕੀਓ ਕਦ ਉਹ ਤਖਤੈ ਠਾਨ। ਇਹਨੇ ਮਰਟਿਆਂ ਦੀ ਮਦਦ ਮੰਗਾ ਲਈ ਸੀ ਹੁਸੈਨ ਅਲੀ ਨੇ, ਤੇ ਮਰਟਿਆਂ ਨੂੰ ਆਪਣੀ ਮਦਦ ਵਿੱਚ ਸੱਦ ਕੇ ਤੇ ਫਰਕਸ਼ੀਅਰ ਨੂੰ ਪਹਿਲਾਂ ਅੰਨ੍ਹਾ ਕੀਤਾ ਔਰ ਉਹਦੇ ਤਖਤ ਦੇ ਉੱਤੇ ਆਪ ਮਾਲਕ ਬਣਨਾ ਚਾਹਿਆ। ਕਿਤਕ ਰੋਜ ਇਸ ਭਾਂਤ ਬਿਤਏ। ਪਹਿਲਾਂ ਇਹਨੂੰ ਅੰਨ੍ਹਾ ਕਰਕੇ ਕਈ ਦਿਨ ਰੱਖਿਆ ਫਰਕਸ਼ੀਅਰ ਨੂੰ। ਨੇੜੇ ਮਰਨ ਸ਼ਾਹ ਦਿਨ ਆਏ। ਬਾਦਸ਼ਾਹ ਦੀ ਮੌਤ ਦੇ ਦਿਨ ਨੇੜੇ ਆਏ। ਉਹ ਤਾਂ ਸਾਰੀ ਦੀ ਮੌਤ ਦਾ ਦਿਨ ਤਾਂ ਸਾਰਿਆਂ ਦੇ ਨੇੜੇ ਆ ਹੀ ਰਿਹਾ ਨਾ, ਇਹਦਾ ਵੀ ਮੌਤ ਦਾ ਦਿਨ ਨੇੜੇ ਆਇਆ। ਬੰਦੇ ਬਚਨ ਹੋਣ ਬਿਦਸਾਤ। ਬਾਬਾ ਬੰਦਾ ਸਿੰਘ ਜੀ ਦਾ ਕਹਿਆ ਬਚਨ ਸੱਤ ਹੋਣ ਦਾ ਵੇਲਾ ਆਇਆ। ਆਈ ਸ਼ਾਹ ਕਹਿ ਇਹ ਦਿਲ ਬਾਤ। ਅੰਨਾ ਹੋ ਗਿਆ ਸੀ। ਇੱਕ ਦਿਨ ਇਹਦੇ ਮਨ 'ਚ ਖਿਆਲ ਆਇਆ, ਲਈ ਘੋੜੀ ਤੀ ਲਾਏ ਜੋ ਪ੍ਰੀਤ। ਇਹਨੇ ਅੰਨੇ ਹੋਣ ਤੋਂ ਪਹਿਲਾਂ ਨਾ ਇੱਕ ਬੜੀ ਵਧੀਆ ਕੀਮਤੀ ਘੋੜੀ ਖਰੀਦੀ ਸੀ, ਬੜੇ ਪੈਸੇ ਖਰਚੇ ਸਨ ਉਹਦੇ ਤੇ, ਚੰਗੀ ਕੀਮਤੀ ਘੋੜੀ ਸੀ ਤੇ ਉਹਦੇ ਨਾਲ ਇਹਨੂੰ ਪਾਲਿਆ ਇਹਨੇ ਪਹਿਲਾਂ, ਤੇ ਵੀ ਸਮਾਂ ਪਾ ਕੇ ਤੇ ਇਹਦੇ ਤੇ ਸਵਾਰੀ ਕਰਾਂਗਾ। ਪਰ ਪਰਮੇਸ਼ਰ ਵੱਲੋਂ ਭਾਣਾ ਨੂੰ ਉਹ ਪ੍ਰਵਾਨ ਨਹੀਂ ਹੋਇਆ, ਇਹਦੀਆਂ ਅੱਖਾਂ ਅੰਧੀਆਂ ਕਰ ਦਿੱਤੀਆਂ, ਇਹਦੇ ਕੋਲ ਰਾਜ ਖੋਇਆ ਗਿਆ। ਰਿਓ ਚੜਨ ਉਸ ਮੱਦੇ ਚੀਤ। ਉਸ ਘੋੜੀ ਤੇ ਚੜਨ ਦੀ ਇੱਛਾ ਇਹਦੇ ਮਨ ਵਿੱਚ ਰਹੀ। ਇੱਕ ਦਿਨ ਕੀ ਅਸਵਾਰੀ ਨਾ ਕਰੀ। ਕਿ ਮੈਂ ਉਹ ਘੋੜੀ ਲਿਆਂਦੀ ਸੀ ਰੀਝ ਨਾਲ ਤੇ ਪਾਲੀ ਵੀ, ਪਰ ਉਹਦੇ ਤੇ ਮੈਂ ਇੱਕ ਦਿਨ ਵੀ ਸਵਾਰੀ ਨਹੀਂ ਕੀਤੀ। ਰਹੀ ਮਨੇ ਕੀ ਮਨ ਮੈਂ ਪਰੀ। ਸੋਚਦਾ ਵੀ ਮੇਰੇ ਮਨ ਦੀ ਮਨ 'ਚ ਹੀ ਰਹਿ ਗਈ ਵੀ ਮੈਂ ਤਾਂ ਉਸ ਘੋੜੀ ਤੇ ਸਵਾਰੀ ਕਰਨੀ ਸੀ, ਉਹ ਤਾਂ ਮੇਰੀ ਮਨ 'ਚ ਹੀ ਰਹਿ ਗਈ। ਲੋਕ ਖੁਸ਼ਾਮਦੀਨ ਕਹਿ ਦਿਓ। ਫਰਕਸ਼ੀਅਰ ਦੇ ਵੀ ਕੁਝ ਖੁਸ਼ਾਮਦੀਨ ਲੋਕ ਸੀਗੇ ਸਰਕਾਰ ਵਿੱਚ, ਉਹਨਾਂ ਨੇ ਸਈਦਾ ਨਾਲ ਗੱਲ ਕੀਤੀ ਵੀ ਬਾਦਸ਼ਾਹ ਦਾ ਮਨ ਕਰਦਾ ਘੋੜੀ ਚੜਨ ਨੂੰ, ਜਾਂ ਇਦਾਂ ਕਹਿ ਲਈਏ ਕੋਈ ਉਹਨਾਂ ਨੇ ਨੀਤੀ ਖੇਡੀ ਹੋਣੀ ਹੈ ਵੀ ਘੋੜੀ ਚੜਾ ਕੇ ਫਿਰ ਮੁੜ ਕੇ ਭਜਾ ਕੇ ਮਾਰ ਦਿਆਂਗੇ ਤੇ ਕਤਲ ਦਾ ਦੋਸ਼ ਵੀ ਸਾਡੇ ਤੇ ਨਾ ਲੱਗੇਗਾ। ਗੱਲ ਕੀ ਹੋਣੀ ਸੀ ਜਿਹੜੀ ਬਾਬਾ ਬੰਦਾ ਸਿੰਘ ਜੀ ਦੇ ਬਚਨਾਂ ਚੋਂ ਨਿਕਲੀ ਸੀ, ਉਹ ਤਾਂ ਵਰਤਣੀ ਸੀ ਨਾ। ਉਹਦੇ ਲਈ ਵਿਧ ਕੋਈ ਬਣੇ, ਵਿਉਂਤ ਕੋਈ ਬਣੇ, ਜੋ ਕਹਿ ਦਿੱਤਾ ਸੀ ਬਾਬਾ ਜੀ ਨੇ ਉਹ ਪੂਰਾ ਹੋਣਾ ਸੀ। ਜਿਹੜੇ ਖੁਸ਼ਾਮਦੀਨ ਸਨ ਉਹਨਾਂ ਨੇ ਕਿਹਾ ਬਾਦਸ਼ਾਹ ਫਰਕਸ਼ੀਅਰ ਨੂੰ, ਗਿਰਦੇ ਤਖਤ ਅਸਵਾਰੀ ਕਰ ਲਿਓ। ਕਿ ਬਾਦਸ਼ਾਹ ਵੀ ਤੂੰ ਘੋੜੀ ਤੇ ਚੜਨਾ, ਤੈਨੂੰ ਅਸੀਂ ਝਾੜ ਦਿੰਨੇ ਆ ਘੋੜੀ ਤੇ, ਅੱਗੋਂ ਅਸੀਂ ਫੜ ਲਵਾਂਗੇ ਬਾਗਾਂ ਤੇ ਆ ਨੇੜੇ ਨੇੜੇ ਤੈਨੂੰ ਫੇਰ ਲੈਨੇ ਆ ਕਿਲੇ ਦੇ, ਵੀ ਤੇਰੀ ਰੀਝ ਵੀ ਪੂਰੀ ਹੋ ਜਾਏਗੀ ਵੀ ਮਰਨ ਲੱਗਾ ਤੂੰ ਨੇੜੇ ਮੌਤ ਹੈ ਤੇਰੇ।
ਤੇ ਕਿਤੇ ਮਨ ਵਿੱਚ ਹੀ ਨਾ ਲੈ ਕੇ ਇੱਛਾ ਰਹਿ ਜੀ ਵੀ ਮੈਂ ਘੋੜੀ ਤੇ ਨਹੀਂ ਚੜਿਆ, ਵੀ ਮੇਰੀ ਪਿਆਰੀ ਘੋੜੀ ਸੀ, ਉਹ ਤੇਰੀ ਇੱਛਾ ਪੂਰੀ ਕਰ ਦਿੰਨੇ ਆ। ਅੱਗਿਓਂ ਪਕੜ ਲੇਵੇਂਗੇ ਹੋਰ, ਉਹ ਘੋੜੀ ਤੇ ਤੈਨੂੰ ਬਿਠਾ ਦਿਆਂਗੇ ਚੱਕ ਕੇ, ਅੱਗੋਂ ਘੋੜੀ ਦੀਆਂ ਬਾਗਾਂ ਕੋਈ ਫੜ ਲਵੇਗਾ, ਜਿਸ ਕੋ ਤੁਮ ਚੜ ਦੇਖਿਓ ਤੇ ਉਹਨੂੰ ਤੋਰ, ਤੋੜ ਕੇ ਤੂੰ ਚੜ ਕੇ ਵੇਖ ਲਵੇਂ। ਰਕਸੀਅਰ ਕੈਸੋ ਦਿਲ ਆਈ, ਰਖੀਅਰ ਦੇ ਮਨ 'ਚ ਗੱਲ ਆ ਗਈ, ਜ਼ੀਨ ਪਾਏ ਸੋ ਲਈ ਮੰਗਾਈ। ਹੁਣ ਅੰਨਾ ਤਾਂ ਹੋਇਆ ਹੀ ਸੀ, ਇਹਨੇ ਹੁਕਮ ਕੀਤਾ ਵੀ ਕਾਠੀ ਪਾਓ। ਦੋਹਰਾ ਟਿਗ ਸ਼ਾਹ ਖੂਬ ਖੜਾਏ ਕੈ, ਰਕਾਬੇ ਪੈਰ ਅੜਵਾਏ। ਕਹਿੰਦੇ ਘੋੜੀ ਸ਼ਿੰਗਾਰ ਕੇ ਇਹਦੇ ਕੋਲ ਲਿਆਂਦੀ, ਦਿਸਦਾ ਤਾਂ ਸੀਗਾ ਨਹੀਂ ਇਹਨੂੰ, ਇਹਨੂੰ ਫੜ ਕੇ ਰਕਾਬ ਦੇ ਵਿੱਚ ਇਹਦਾ ਪੈਰ ਪਾ ਕੇ ਤੇ ਇਹਨੂੰ ਬਿਠਾਣ ਲੱਗੇ। ਬੈਠੇ ਆਸਣ ਜਾਏ ਸੋ, ਸੋ ਧੀਰੇ ਧੀਰ ਤੁਰਵਾਏ। ਇਹ ਘੋੜੀ ਦੇ ਆਸਣ ਤੇ ਬਹਿ ਗਿਆ ਕਾਠੀ ਤੇ ਬਹਿ ਕੇ ਸਹਿਜੇ ਸਹਿਜੇ ਅੱਗੇ ਇੱਕ ਬੰਦੇ ਨੇ ਉਹਦੀਆਂ ਬਾਗਾਂ ਫੜ ਲੀਆਂ ਘੋੜੀ ਦੀਆਂ, ਇਹ ਵੀ ਉੱਤੇ ਬਹਿ ਗਿਆ ਤੇ ਸਹਿਜੇ ਸਹਿਜੇ ਤੁਰਵਾਉਂਦਾ ਟੋਰਦਾ। ਜੋ ਪਈ ਬੰਦੇ ਆਵਾਜ਼ ਹੋਣ ਬਿਦਪੁਰੀ, ਬਾਹਰ ਲੈ ਗਿਆ ਕਿਲੇ ਚੋਂ। ਜਦੋਂ ਬਾਹਰ ਲੈ ਕੇ ਗਏ ਫੇਰਨ ਵਾਸਤੇ ਤੇ ਬਾਬਾ ਜੀ ਦਾ ਬਚਨ ਪੂਰਾ ਹੋਣ ਦਾ ਸਮਾਂ ਆ ਗਿਆ। ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਜਿਹੜੀ ਮੌਤੇ ਸਾਨੂੰ ਮਾਰੇਗਾ ਉਸੇ ਤੈਨੂੰ ਮਰਨਾ ਪਵੇਗਾ। ਹਾਂਜੀ, ਛੁੱਟ ਘੋੜੀ ਇਹ ਮਹੱਥ ਤੇ ਤੁਰੇ। ਹੁਣ ਤਾਂ ਉਹ ਜਾਨਵਰ ਹੈ, ਪਸ਼ੂ ਹੈ, ਜਾਨਵਰ ਦਾ ਕੀ ਪਤਾ ਕਿਹੜੇ ਵੇਲੇ ਵਿਟਰ ਜਾਏ। ਉਹ ਘੋੜੀ ਦੀ ਵਾਗ ਜਿਹਨੇ ਫੜੀ ਸੀ ਨਾ ਉਹਦੇ ਹੱਥੋਂ ਛੁੱਟ ਗਈ। ਹੁਣ ਇਹ ਅੰਨਾ ਇਹ ਉੱਤੇ ਬੈਠਾ, ਘੋੜੀ ਮੂੰਹ ਤਾਣੀ ਹੋ ਕੇ ਦੌੜਨ ਲੱਗੀ। ਉੱਪਰੋਂ ਆਨ ਇੱਲ ਇੱਕ ਪਰੀ, ਵੇਖੋ ਪਰਮੇਸ਼ਰ ਦੀ ਖੇਡ, ਕੋਈ ਇੱਲ ਜਿਹੜੀ ਸੀ ਉੱਤੋਂ ਆ ਕੇ ਪੈ ਗਈ। ਉਹਦੇ ਇੱਲ ਜਦੋਂ ਆ ਕੇ ਪੈਣ ਲੱਗੀ ਨਾ ਨੇੜੇ, ਉਹਨੇ ਝਪਟ ਜੀ ਮਾਰੀ ਤੇ ਘੋੜੀ ਡਰ ਗਈ। ਉਸ ਕੇ ਖੜਕ ਘੋੜੀ ਬਹੁ ਡਰੀ। ਇੱਲ ਦੇ, ਕਿਉਂਕਿ ਇਹ ਘੋੜਾ ਇਹੋ ਜਿਹਾ ਜਾਨਵਰ ਹੈ, ਘੋੜੀ ਘੋੜਾ, ਵੀ ਜੇ ਕਿਤੇ ਮਾੜਾ ਜਾ ਵੀ ਡਰ ਜਾਏ ਨਾ ਕਿਸੇ ਚੀਜ਼ ਤੋਂ, ਉੱਤੇ ਸਵਾਰ ਬੈਠਾ ਹੋਵੇ, ਫਿਰ ਉਹ ਕਾਬੂ ਨਹੀਂ ਆਉਂਦਾ ਕਿਸੇ ਤਰੀਕੇ ਨਾਲ। ਜੋ ਡਰ ਗਿਆ ਫਿਰ ਉਹਨੂੰ ਕਾਬੂ ਕਰਨਾ ਔਖਾ। ਫਿਰ ਇਹ ਅੰਨਾ ਸੀ ਅੱਖਾਂ ਤੋਂ, ਅੱਖਾਂ ਵਾਲਾ ਹੁੰਦਾ ਤੇ ਸ਼ਾਇਦ ਕਾਬੂ ਕਰ ਵੀ ਲੈਂਦਾ। ਹੁਣ ਅੰਨਾ ਹੋਣ ਕਰਕੇ ਵੀ ਸਮੱਸਿਆ ਬਣਨੀ ਸੀ। ਕਹਿੰਦੇ ਜਦੋਂ ਇੱਲ ਨੇ ਖੜਾਕ ਜਿਹਾ ਕੀਤਾ ਤੇ ਘੋੜੀ ਡਰ ਕੇ ਦੌੜੀ। ਘੋੜੀ ਉੱਪਰੋਂ ਸ਼ਾਗਿਰ ਪਰਾ, ਇਹਦੇ ਕੋਲੋਂ ਆਪਣਾ ਆਪ ਸੰਭਾਲਣਾ ਔਖਾ ਹੋ ਗਿਆ। ਘੋੜੀ ਮੂੰਹ ਤਾਣੀ ਹੋ ਕੇ ਦੌੜੀ, ਕਦੇ ਚਰਖੀਆਂ ਮਾਰੇ, ਇਹ ਬਥੇਰਾ ਫੜੇ। ਜਦੋਂ ਚਰਖੀ ਮਾਰੀ ਨਾ ਘੋੜੀ ਨੇ, ਇਹਦਾ ਸਿੱਧਾ ਦੌੜਦਿਆਂ ਦੌੜਦਿਆਂ ਇੱਕਦਮ ਕੱਟ ਮਾਰਿਆ ਨਾ, ਉਹਨੂੰ ਚਰਖੀ ਮਾਰਨਾ ਕਹਿੰਦੇ। ਇੱਕਦਮ ਘੁੰਮ ਗਈ ਖੱਬੇ ਪਾਸੇ ਨੂੰ ਤੇ ਇਹ ਸੱਜੇ ਪਾਸੇ ਨੂੰ ਥੱਲੇ ਨੂੰ ਧੜਮ ਦੇ ਕੇ ਡਿੱਗ ਪਿਆ ਤੇ ਪੈਰ ਜਿਹੜਾ ਸੀ ਇਹਦਾ ਉਹ ਰਕਾਬ ਦੇ ਵਿੱਚ ਫਸ ਗਿਆ। ਇਸੇ ਕਰਕੇ ਜਿਹੜੇ ਚੰਗੇ ਸਵਾਰ ਹੁੰਦੇ ਆ ਨਾ, ਉਹ ਪਹਿਲੀ ਗੱਲ ਤਾਂ ਘੋੜੇ ਦੀ ਰਕਾਬ 'ਚ ਪੈਰ ਹੀ ਨਹੀਂ ਪਾਉਂਦੇ। ਜੇ ਪਾਉਣਾ ਵੀ ਪਵੇ ਤੇ ਮਾੜਾ ਜਾਂ ਪੱਬਾ ਜਾਂ ਉਡਾਉਂਦੇ ਆ, ਬਹੁਤਾ ਪੂਰਾ ਪੈਰ ਨਹੀਂ ਵਿੱਚ ਫਸਾਉਂਦੇ। ਵੀ ਜੇ ਕਿਤੇ ਘੋੜਾ ਦੌੜਨ ਵੀ ਲੱਗੇ ਉਹ ਪੈਰ ਵਿੱਚ ਫਸ ਜਾਏ ਨਾ ਤੇ ਫਿਰ ਬਹੁਤ ਔਖਾ ਹੁੰਦਾ ਬਚਾਅ। ਇਸ ਕਰਕੇ ਸਿਆਣਾ ਘੋੜਸਵਾਰ ਜਿਹੜਾ ਹੁੰਦਾ ਹੈ ਉਹ ਘੋੜੇ ਦੀ ਰਕਾਬ ਵਿੱਚ ਪੂਰਾ ਪੱਬਾ ਨਹੀਂ ਪਾਉਂਦਾ। ਬਾਹਰਲੀਆਂ ਜਿਹੜੀਆਂ ਅਗਲੀਆਂ ਉਂਗਲਾਂ ਨੇ ਪੱਬੇ ਦੀਆਂ ਬਸ ਉਹੀ ਪਾਉਂਦਾ, ਤਲੀ ਤੱਕ ਨਹੀਂ ਲੈ ਕੇ ਜਾਂਦਾ। ਇਹਨੇ ਪੂਰਾ ਪੈਰ ਪਾਇਆ ਹੋਇਆ ਸੀ। ਜਦੋਂ ਚਰਖੀ ਮਾਰੀ ਘੋੜੀ ਨੇ, ਡਿੱਗਾ, ਪੈਰ ਰਕਾਬ ਦੇ ਵਿੱਚ ਫਸ ਗਿਆ। ਘੋੜੀ ਨੱਟੀ ਅੱਗੇ ਜਾਵੇ। ਉਹ ਰਕਾਬ ਕਿਹੜਾ ਮਜ਼ਬੂਤ ਹੁੰਦੀ ਹੈ, ਚਮੜੇ ਦੀ ਉੱਤੇ ਲਾਸ਼ ਪਾਈ ਹੁੰਦੀ ਆ ਉਹਨੂੰ, ਉਹ ਕਿੱਥੇ ਟੁੱਟੇ। ਉਹ ਜਿਉਂ ਦੌੜੀਏ ਪਿੱਛੇ ਪਿੱਛੇ ਘਸੀਟਦਾ ਚਲਿਆ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜੀ ਦਾ ਬਚਨ ਸੱਚ ਹੋਣਾ ਸੀ ਨਾ। ਪੁੱਛਿਆ ਵੀ ਕਿਹੜੀ ਮੌਤੇ ਮਾਰੀਏ ਤੈਨੂੰ, ਤੇ ਬਾਬਾ ਜੀ ਕਹਿੰਦੇ ਜਿਹੜੀ ਤੂੰ ਮਰਨਾ। ਇਹਨੇ ਘਸੀਟਿਆ ਬਾਬਾ ਜੀ ਨੂੰ ਘੋੜਿਆਂ ਪਿੱਛੇ ਪਾ ਕੇ, ਆਪ ਵੀ ਉਸੇ ਤਰ੍ਹਾਂ ਘੋੜੀ ਦੇ ਪਿੱਛੇ ਘਸੀਟਦਾ ਚਲਿਆ ਜਾਵੇ। ਮਗਰੇ ਸ਼ਾ ਘਸੀਟ ਪਲਮਾਵੇ। ਹੁਣ ਥੱਲੇ ਲਮਕਿਆ ਆਇਆ, ਉੱਤੇ ਥੋੜੀਆਂ ਜੀਆਂ ਲੱਤਾਂ, ਇੱਕ ਉੱਪਰ ਨੂੰ ਇੱਕ ਥੱਲੇ ਨੂੰ, ਤੇ ਸਿਰ ਜਿਹੜਾ ਥੱਲੇ ਜ਼ਮੀਨ ਤੇ ਲੱਗਾ ਹੋਇਆ। ਘੋੜੀ ਜਿਉਂ ਦੌੜੀ ਤੇਜ਼ੀ ਦੇ ਨਾਲ, ਉਹ ਇਹਦਾ ਪੈਰਾਂ ਵਿੱਚ ਅੜੇ, ਘੋੜੀ ਦੇ ਹੋਰ ਤੇਜ਼ੀ ਨਾਲ ਦੌੜੇ, ਉਹ ਡਰ ਜਾਵੇ। ਦੌੜੇ ਲੋਕ ਚੁਫੇਰਿਓਂ ਪਰੇ। ਜਦੋਂ ਦੌੜੀ ਘੋੜੀ ਤੇ ਚੁਫੇਰਿਓਂ ਸਿਪਾਹੀ ਲੋਕ ਜਿਹੜੇ ਉਹ ਇਕੱਠੇ ਹੋ ਕੇ ਭੱਜ ਕੇ ਫੜਨ ਦਾ ਯਤਨ ਕਰਨ, ਉਹ ਹੋਰ ਜ਼ਿਆਦਾ ਡਰ ਕੇ ਭੱਜਣ ਲੱਗੀ। ਤਿਮ ਤਿਮ ਘੋੜੀ ਬਹੁਤੀ ਡਰੇ। ਜਿਵੇਂ ਲੋਕ ਚੁਫੇਰਿਓਂ ਘੇਰਾ ਪਾ ਕੇ ਫੜਨਾ ਚਾਹਣ, ਉਹ ਹੋਰ ਤੇਜ਼ੀ ਨਾਲ ਦੌੜੇ।
ਜੇ ਸੱਜੇ ਜਾਵੇ ਉਧਰੋਂ ਕੋਈ ਫੜਨ ਦਾ ਯਤਨ ਕਰੇ ਉਧਰੋਂ ਖੱਬੇ ਨੂੰ ਹੋ ਜਾਏ। ਏਦਾਂ ਕਹਿੰਦੇ ਚੁਫੇਰੇ ਦੌੜਨ ਲੱਗੀ। ਘੋੜੀ ਕਹੇ ਮੋਏ ਦੇਵ ਲੱਗ ਰਹੇ ਹੋ। ਘੋੜੀ ਨੂੰ ਇਹ ਪਤਾ ਲੱਗੇ ਵੀ ਸ਼ਾਇਦ ਮੇਰੇ ਨਾਲ ਕੋਈ ਦੇਵ ਚਿੰਬੜ ਗਿਆ, ਵੀ ਜਿਹੜਾ ਲੈਂਦਾ ਹੀ ਨਹੀਂ ਪਿਆ। ਉਹ ਪਲਸੱਟੇ ਮਾਰੇ, ਕਦੇ ਦਲੱਤੇ ਮਾਰੇ, ਕਦੇ ਅਗਲੀਆਂ ਲੱਤਾਂ ਚੁੱਕੇ, ਕਦੇ ਪਿਛਲੀਆਂ ਚੁੱਕੇ, ਵੀ ਇਹ ਕਿਹੜੀ ਬਲਾ ਮੈਨੂੰ ਚਿੰਬੜ ਗਈ, ਲੈਂਦੀ ਨਹੀਂ ਪਈ। ਜਾਨਵਰ ਜੋ ਹੋਇਆ, ਪਸ਼ੂ ਜੋ ਹੋਇਆ, ਉਹ ਰਕਾਬ 'ਚ ਪੈਰ ਫਸਿਆ, ਫਿਰ ਅਕਸ਼ੀਅਰ ਦਾ ਨਜ਼ਰ ਇਹਨੂੰ ਨਹੀਂ ਆਉਂਦਾ, ਘਸੀਟਦਾ ਚੱਲਿਆ ਜਾਂਦਾ। ਤੇ ਜੇ ਕੋਈ ਫੜਨ ਦਾ ਯਤਨ ਕਰਦਾ, ਘੋੜੀ ਨੂੰ ਡਰ ਕੇ ਹੋਰ ਤੇਜ਼ੀ ਨਾਲ ਦੌੜਦੀ ਐ। ਸ਼ਾਹ ਕਸੀਟਤ ਹੀ ਮਰ ਗਏ ਓ। ਅਖੀਰ ਘਸੀਟਦਿਆਂ ਪਾਪੀ ਦੇ ਸਰੀਰ 'ਚੋਂ ਪ੍ਰਾਣ ਨਿਕਲ ਗਏ ਤੇ ਨਰਕਗਾਮੀ ਹੋ ਗਿਆ ਫਰਖਸ਼ੀਰ ਬਾਦਸ਼ਾਹ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਹਿਆ ਵਾਕ ਸੱਚ ਹੋ ਗਿਆ। ਇੱਥੇ ਬਾਬਾ ਜੀ ਦੀ ਜਿੱਤ ਸੀ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਜਿੱਤ ਸੀ। ਭਾਵੇਂ ਕਿ ਸ਼ਹੀਦ ਕੀਤਾ, ਕਦੇ ਵੀ ਕੋਈ ਸ਼ਹੀਦ ਹੁੰਦਾ ਨਾ, ਸ਼ਹੀਦ ਜਿੱਤ ਜਾਂਦਾ ਹੁੰਦਾ ਤੇ ਸ਼ਹੀਦ ਕਰਨ ਵਾਲਾ ਹਾਰਦਾ ਹੁੰਦਾ। 7 ਸਾਲ ਤੇ 9 ਸਾਲ ਦੇ ਬੱਚੇ ਜਿੱਤੇ ਨੇ, ਵਜ਼ੀਰ ਖਾਨ ਹਾਰਿਆ ਕਿਉਂਕਿ ਆਪਣੀ ਗੱਲ ਉਹਨਾਂ ਨੂੰ ਮਨਾ ਨਹੀਂ ਸਕਿਆ। ਇਹ ਹਾਰ ਸੀ ਉਹਦੀ, ਸਭ ਤੋਂ ਵੱਡੀ ਹਾਰ ਵੀ ਉਹ ਆਪਣੀ ਗੱਲ ਨਹੀਂ ਮਨਾ ਸਕਿਆ, ਆਪਣੀ ਈਨ ਨਹੀਂ ਮਨਾ ਸਕਿਆ, ਫਿਰ ਹਾਰਿਆ ਹੀ ਨਾ, ਜਿੱਤਿਆ ਤਾਂ ਨਾ। ਜਿੱਤੇ ਤਾਂ ਉਹ ਜਿਨ੍ਹਾਂ ਨੇ ਉਹਦੀ ਈਨ ਨਹੀਂ ਮੰਨੀ ਔਰ ਆਪਣੇ ਸੀਸ ਦੇ ਦਿੱਤੇ। ਇਸ ਕਰਕੇ ਸ਼ਹੀਦ ਜਿੱਤਦੇ ਨੇ, ਉਹ ਹਾਰਦੇ ਨਹੀਂ ਹਨ। ਹਾਰਦਾ ਉਹ ਹੈ ਜਿਹੜਾ ਸ਼ਹੀਦ ਕਰਨ ਵੇਲੇ ਆਪਣੀ ਈਨ ਉਹਨਾਂ ਨੂੰ ਨਹੀਂ ਮਨਾ ਸਕਦਾ। ਤੋ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਜਿੱਤ ਹੋਈ ਹੈ। ਏਦਾਂ ਕਹਿ ਸਕਦੇ ਹਾਂ ਵੀ ਫਰਖਸ਼ੀਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਕਾਲ ਬਣ ਕੇ ਮਾਰਿਆ ਹੈ। ਬੰਦੇ ਬਚਨ ਸੋ ਬਿਦ ਬਣ ਆਈ। ਉਹ ਸਾਰੀ ਵਿਦ ਜਿਵੇਂ ਬਾਬਾ ਬੰਦਾ ਸਿੰਘ ਜੀ ਨੇ ਕਹੀ ਸੀ, ਉਹ ਆਪਣੇ ਆਪ ਬਣਾਈ, ਕੁਦਰਤ ਨਹੀਂ ਬਣਾ ਦਿੱਤੀ। ਦੋਇਨ ਮੋਤ ਸੋ ਇੱਕ ਸਮ ਪਾਈ। ਜਿਵੇਂ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ ਘੋੜਿਆਂ ਦੇ ਪਿੱਛੇ ਘਸੀਟ ਕੇ, ਉਸੇ ਤਰ੍ਹਾਂ ਫਰਖਸ਼ੀਰ ਵੀ ਘਸੀਟਦਾ ਹੀ ਮਰਿਆ। ਰਤਨ ਸਿੰਘ ਥੀ ਜਿਮ ਕੰਨ ਭਰੀ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਕੰਨ ਜਿਵੇਂ ਇਤਿਹਾਸ ਪਿਆ ਸੀ ਮੇਰੇ ਬਜ਼ੁਰਗਾਂ ਕੋਲੋਂ, ਲਿਖ ਕਾਗਦ ਮੈਂ ਤਿਮ ਗੱਲ ਤਰੀ। ਮੈਂ ਉਹ ਸਾਰੀ ਕਥਾ ਲਿਖ ਕੇ ਕਾਗਜ਼ ਤੇ ਧਰ ਦਿੱਤੀ ਹੈ। ਦੋਹਰਾ 1781 ਸਾਲ ਸੋ ਬਿਕਰਮ ਰਾਏ। ਕਹਿੰਦੇ 1781 ਸੰਮਤ ਬਿਕਰਮੀ ਦਾ ਸਾਲ ਸੀ। ਫਰਖਸ਼ੀਰ ਐਸੇ ਮਰਾ ਕੀਓ ਆਪਣੋ ਪਾਏ। ਇਹਦਾ ਫਰਖਸ਼ੀਰ ਮਰਿਆ ਆਪਣੀ ਕਰਨੀ ਦਾ ਫਲ ਭੋਗ ਕੇ। ਮਾਲੀ ਨੇ ਜਬ ਸਭ ਸੁਨਿਓ ਬੰਦੇ ਕੋ ਪ੍ਰਸੰਗ। ਬਾਬਾ ਬੰਦਾ ਸਿੰਘ ਜੀ ਦਾ ਇਹ ਪ੍ਰਸੰਗ ਜਦੋਂ ਕੈਪਟਨ ਮਰੇ ਨੇ ਸੁਣਿਆ, ਮੈਂ ਸੁਣਾਇਆ, ਭਾਈ ਰਤਨ ਸਿੰਘ ਜੀ ਕਹਿੰਦੇ ਉਹਨੂੰ, ਜਦੋਂ ਉਹਨੇ ਸਾਰਾ ਪ੍ਰਸੰਗ ਸੁਣਿਆ, ਸੁਨੋ ਸੋ ਆਗੇ ਔਰ ਗੱਲ ਉਨ ਚਿਤ ਵਧੀ ਉਮੰਗ। ਉਹਨੇ ਸੁਣੀ ਨਾ ਇਹ ਸਾਰੀ ਕਥਾ, ਕਿਉਂਕਿ ਬੂਟੇ ਸ਼ਾਹ ਮੌਲਵੀ ਨੇ ਤੇ ਕੁਝ ਹੋਰ ਹੀ ਦੱਸਿਆ ਸੀ ਉਹਨੂੰ। ਕਹਿੰਦੇ ਜਦੋਂ ਮੈਂ ਇਹ ਕਥਾ ਸੁਣਾਈ, ਉਹ ਹੈਰਾਨ ਹੋ ਗਿਆ ਵੀ ਆਹ ਇਤਿਹਾਸ ਹੈ ਤੁਹਾਡਾ। ਉਹ ਤਾਂ ਕੁਝ ਹੋਰ ਹੀ ਕਹਿੰਦਾ ਬੂਟੇ ਸ਼ਾਹ ਮੌਲਵੀ ਤਾਂ। ਕਹਿੰਦੇ ਉਹਦੇ ਮਨ 'ਚ ਹੋਰ ਚਾਅ ਬਣਿਆ ਸੁਣਨ ਦਾ। ਕਹਿੰਦਾ ਅੱਗੇ ਹੋਰ ਸੁਣਾ, ਬੰਦੇ ਤੋਂ ਬਾਅਦ ਦਾ ਪ੍ਰਸੰਗ ਸੁਣਾ। ਉਹਦੇ ਮਨ 'ਚ ਹੋਰ ਚਾਅ ਪੈਦਾ ਹੋਇਆ ਸੁਣਨ ਦਾ। ਹਾਂਜੀ। 1100 ਸਨ 33 ਯੋ ਮੋਇਓ ਫਰਖਸ਼ੀਰ ਸ਼ਾਹ। ਇੱਕ ਹਿਜਰੀ ਸਨ ਚੱਲਦਾ, ਬਿਕਰਮੀ ਸੰਮਤ ਹੈ। ਹਿਜਰੀ ਅੱਜ ਕੱਲ ਈਸਵੀ ਸਨ ਪ੍ਰਚਲਿਤ ਹੈ। ਇਸਲਾਮ ਦੇ ਵਿੱਚ ਜ਼ਿਆਦਾ ਹਿਜਰੀ ਸਾਲ ਜਿਹੜਾ ਉਹ ਚੱਲਦਾ ਰਿਹਾ। 1133 ਹਿਜਰੀ ਸਾਲ ਦੇ ਵਿੱਚ ਫਰਖਸ਼ੀਰ ਦੀ ਮੌਤ ਹੋਈ। ਬਿਕਰਮ ਸਾਲ ਮਿਲਾਏ ਕੈ ਲੀਜੋ ਹਿਸਾਬ ਬਣਾਏ। ਭਾਈ ਸਾਹਿਬ ਕਹਿੰਦੇ ਆ ਵੀ ਬਿਕਰਮ ਸੰਮਤ ਕਿਹੜਾ ਬਣਦਾ, ਉਹ ਤੁਸੀਂ 1133 ਹਿਜਰੀ ਨਾਲ ਮਿਲਾ ਕੇ ਆਪਣੇ ਆਪ ਕੱਢ ਲਿਓ। ਤੇ ਮੈਂ ਤੁਹਾਨੂੰ ਦੱਸ ਦਿੱਤਾ, ਸੁਣਾ ਦਿੱਤਾ। ਦੋਹਰਾ ਮਾਲੀ ਨੇ ਮੋਏ ਪੁੱਛਿਓ ਇਹ ਪੀ ਮੋਏ ਸੁਨਾਏ। ਜਦੋਂ ਕੈਪਟਨ ਮਰੇ ਨੂੰ ਮੈਂ ਇਤਿਹਾਸ ਸੁਣਾਇਆ ਤੇ ਸੁਣ ਕੇ ਫਿਰ ਉਹਨੇ ਮੈਨੂੰ ਪੁੱਛਿਆ, ਬੰਦੇ ਕੋ ਮਰਵਾਏ ਕਹਿ ਰਿਓ ਖਾਲਸੇ ਜਾਏ। ਫਿਰ ਉਹਨੇ ਅੱਗੋਂ ਪੁੱਛਿਆ ਵੀ ਬੰਦਾ ਸਿੰਘ ਦੀ ਸ਼ਹੀਦੀ ਹੋ ਜਾਂਦੀ ਆ 16 ਚ, ਰਾਜ ਜਾ ਕੇ ਤੁਹਾਡਾ ਕਾਇਮ ਹੁੰਦਾ ਸ਼ੇਰੇ ਪੰਜਾਬ ਦਾ 1800 ਦੇ ਨੇੜੇ। ਉਹਦੇ ਵਿਚਕਾਰਲੇ ਸਮੇਂ ਦਾ ਜਿਹੜਾ ਇਤਿਹਾਸ ਹੈ,
ਬੰਦੇ ਬਹਾਦਰ ਤੋਂ ਬਾਅਦ, ਉਹਦੀ ਸ਼ਹੀਦੀ ਤੋਂ ਬਾਅਦ ਖਾਲਸਾ ਕਿੱਥੇ ਰਿਹਾ ਜਾ ਕੇ? ਖਾਲਸੇ ਦਾ ਕੀ ਹਵਾਲ ਹੋਇਆ? ਜਿਹੜੇ ਬੰਦੇ ਬਹਾਦਰ ਦੇ ਸਾਥੀ ਸਨ ਉਹਨਾਂ ਦਾ ਕੀ ਬਣਿਆ, ਜਿਹੜੇ ਰਹਿ ਗਏ ਬਾਹਰ? ਉਹ ਸਾਰਾ ਪ੍ਰਸੰਗ ਕਹਿੰਦੇ ਕੈਪਟਨ ਮਰੇ ਨੇ ਮੈਨੂੰ ਪੁੱਛਿਆ ਤੇ ਫਿਰ ਉਹਨੂੰ ਸੁਣਾਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਾਜ ਸਿੰਘ, ਭਾਈ ਆਲੀ ਸਿੰਘ, ਮਾਲੀ ਸਿੰਘ ਵਰਗੇ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਦਾਸ ਖੇਮਾਂ ਦਾ ਜਾਚਕ ਹੈ, ਗੁਰੂ ਚਰਨਾਂ 'ਚ ਰਜੋਈ ਹੈ। ਇਹੋ ਜਿਹੇ ਮਹਾਨ ਸਿਰਲਥ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਸਤਿਗੁਰੂ ਜੀ ਸਾਨੂੰ ਬਖਸ਼ਣ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਕ, ਹੈ ਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਸੰਤ ਹੈ ਕੈ ਸਦਾ ਸੰਗ, ਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਕੋਈ ਐ ਪਰੋਏ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇ ਬੰਦੇ, ਗੁਰ ਪਾਰੇ ਉਤਾਰ ਨਿਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇ ਬੰਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।